ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਜੋ ਕਿ ਤਰੇਹਣ ਵੰਸ਼ ਦੇ ਵਿੱਚੋਂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਵੰਸ਼ ਜੋ 12ਵੀਂ ਪੀੜ੍ਹੀ ਦੇ ਵਿੱਚੋਂ ਸਨ, ਜਿਨ੍ਹਾਂ ਨੇ 10 ਪਾਤਸ਼ਾਹੀਆਂ ਦਾ ਇਤਿਹਾਸ ਕਾਵਿ ਰਚਨਾ ਦੇ ਵਿੱਚ ਲਿਖਿਆ ਹੈ। ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਇਸ ਦੇ ਵਿੱਚ ਪਹਿਲੇ ਮਹੱਲੇ ਦੇ 23ਵੇਂ ਘਰ ਤੱਕ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਏਮਨਾਬਾਦ ਦੀ ਧਰਤੀ ਤੇ ਪਹੁੰਚੇ ਔਰ ਮਲਕ ਭਾਗੋ ਨੂੰ ਉਪਦੇਸ਼ ਦਿੱਤਾ ਕਿ ਭਾਈ ਜਿਹੜੀ ਹੱਕ ਸੱਚ ਕਿਰਤ ਦੀ ਕਮਾਈ ਹੈ ਉਹ ਦੁੱਧ ਸਮਾਨ ਹੈ। ਜਿਹੜੀ ਠੱਗੀ ਚੋਰੀ ਧੋਖੇ ਬੇਈਮਾਨੀ ਦੀ ਕਮਾਈ ਹੈ ਉਹ ਦੂਜਿਆਂ ਦਾ ਨਿਚੋੜਿਆ ਹੋਇਆ ਖੂਨ ਹੈ। ਇਸ ਕਰਕੇ ਜਿਹੜੇ ਤੂੰ ਲੰਗਰ ਲਾਉਣਾ ਹੈ ਔਰ ਦੂਜਿਆਂ ਕੋਲੋਂ ਲੁੱਟ ਖਸੁੱਟ ਕਰਕੇ ਮਤ ਜਾਣੀ ਕੋਈ ਪਰਮੇਸ਼ਰ ਵਾਹਿਗੁਰੂ ਇਹਦੇ ਤੇ ਖੁਸ਼ ਹੋਵੇਗਾ। ਜੇ ਤੂੰ ਕਰਨਾ ਹੈ ਸਾ ਆਪਣੇ ਹੱਕ ਸੱਚ ਦੀ ਕਮਾਈ ਵਿੱਚੋਂ ਕਰ, ਨਹੀਂ ਤੇਰੇ ਤੇ ਪਰਮੇਸ਼ਰ ਦੀ ਮਿਹਰ ਨਹੀਂ ਹੋ ਸਕਦੀ, ਵਾਹਿਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਤੂੰ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਸਨੇ ਉਪਦੇਸ਼ ਧਾਰਨ ਕੀਤਾ। ਮਲਕ ਭਾਗੋ ਵੀ ਗੁਰੂ ਕਾ ਸਿੱਖ ਬਣਿਆ। ਫੇਰ ਗੁਰਮੁਖੋਏ ਨਾਲ ਹੀ ਇਤਿਹਾਸ ਕਿਵੇਂ ਉੱਥੋਂ ਦੇ ਇਮਨਾਬਾਦ ਦੇ ਜਿਹੜੇ ਪਠਾਨ ਸਨ, ਵਿਆਹ ਸ਼ਾਦੀ ਸੀ, ਸਾਧੂਆਂ ਸੰਤਾਂ ਨਾਲ ਵੀ ਧੱਕਾ ਮੁੱਕੀ ਕਰਦੇ, ਤਾਂ ਫਿਰ ਮਹਾਰਾਜ ਨੇ ਜੋ ਭਵਿੱਖਤ ਬਾਕ ਭਾਈ ਲਾਲੋ ਨੂੰ ਜੋ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਦਿੰਦੇ ਆ ਕਿ ਕਿਵੇਂ ਬਾਬਰ ਦਾ ਚੜ੍ਹ ਕੇ ਆਉਣਾ ਔਰ ਇਹਨਾਂ ਦਾ ਜੋ ਨਾਸ਼ ਹੋਣਾ ਹੈ, ਉਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਆਓ ਅੱਗੇ 24ਵੇਂ ਘਰ ਦੇ ਪ੍ਰਸੰਗ
ਪ੍ਰੇਮ ਸਤਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਾਲੋ ਗ੍ਰਹਿ ਤੇ ਤਿਆਰ ਭੇ, ਸ੍ਰੀ ਗੁਰ ਜਗ ਕੇ ਰਾਏ। ਭਾਈ ਲਾਲੋ ਦੇ ਹੁਣ ਘਰ ਤੋਂ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਗਤ ਦੇ ਰਾਜਾ ਰੂਪ ਗਰੀਬ ਨਵਾਜ ਜੀ ਤਿਆਰ ਹੋਏ ਹਨ। ਜਗਤ ਉਦਾਹਰਨ ਕਾਰਨੇ, ਜੋ ਭਵ ਮਹਿ ਪ੍ਰਗਟਾਏ। ਜਗਤ ਦਾ ਉਧਾਰ ਕਰਨ ਦੇ ਵਾਸਤੇ ਹੀ ਜੋ ਭਾਈ ਗੁਰੂ ਪਾਤਸ਼ਾਹ ਸੰਸਾਰ ਵਿੱਚ ਜਿਨ੍ਹਾਂ ਨੇ ਆਪਾ ਪ੍ਰਗਟ ਕੀਤਾ ਹੈ। ਚੌਪਈ ਪੁਰ ਸਲਕੋਟ ਵਹਿਰ ਸ਼ੁਭ ਥਾਨੇ। ਇਉਂ ਭਾਈ ਸਲਕੋਟ, ਸਲਕੋਟ ਤੋਂ ਇੱਥੇ ਭਾਵ ਸਿਆਲਕੋਟ ਹੈ। ਜੋ ਸਿਆਲਕੋਟ ਵਹਿਰ, ਉਸ ਦੇ ਵਿੱਚ ਸਿਆਲਕੋਟ ਦੇ ਵਿੱਚ ਬਾਹਰ ਇੱਕ ਸ਼ੁਭ ਥਾਨ। ਥਿਰ ਮਰਦਾਨੇ ਸੰਗ ਬਖਾਨੇ। ਭਾਈ ਮਰਦਾਨਾ ਜੀ ਭਾਈ ਬਾਲਾ ਜੀ ਸਮੇਤ ਬੈਠੇ ਤੇ ਭਾਈ ਮਰਦਾਨੇ ਨੂੰ ਕਿਹਾ, ਜਾਹੋ ਬਾਜ਼ਾਰ ਟਕਾ ਲੈ ਜਾਵੋ। ਇਉਂ ਕਰ ਭਾਈ ਮਰਦਾਨਿਆ, ਬਾਜ਼ਾਰ ਵਿੱਚ ਚਲਿਆ ਜਾ, ਆ ਪੈਸਾ ਟਕਾ ਲੈ ਜਾ। ਸਾਚੋ ਝੂਠ ਖਰੀਦ ਲਿਆਵੋ। ਸ਼ਹਿਰ ਵਿੱਚੋਂ ਸੱਚ ਤੇ ਝੂਠ ਖਰੀਦ ਕੇ ਲੈ ਕੇ ਆਈ। ਟਕਾ ਲੀਨ ਮਰਦਾਨਾ ਗਇਓ। ਟਕਾ ਲੈ ਕੇ ਭਾਈ ਮਰਦਾਨਾ ਸ਼ਹਿਰ ਨੂੰ ਚਲਿਆ ਗਿਆ। ਏਕ ਹਾਟ ਪੈ ਸਥਿਤ ਪਥਿਓ। ਇੱਕ ਹੱਟੀ ਤੇ ਜਾ ਕੇ ਖੜ ਗਏ ਹਨ। ਕਹਿਓ ਕਿ ਟਕਾ ਲਿਹੋ ਹੈ ਭਾਈ। ਇਹ ਕਿਹਾ, ਹੈ ਭਾਈ ਆ ਟਕਾ ਲੈ ਲੋ। ਝੂਠ ਰੋ ਸਾਚ ਦੇਹੋ ਮੋਹਤਾਈ। ਮੈਨੂੰ ਝੂਠ ਤੇ ਸੱਚ ਦੇ ਦਿਓ ਇਸ ਬਦਲੇ। ਸੁਨਤ ਮਾਨ ਅਚਰਜ ਤਬ ਕਹਿਓ। ਉਹ ਸੁਣ ਕੇ ਅਚਰਜ ਜਾ ਮੰਨ ਕੇ ਦੁਕਾਨਦਾਰ ਕਹਿੰਦਾ, ਅਬ ਲਗ ਸੌਦਾ ਯਹ ਨਹਿ ਥਇਓ। ਆ ਹੁਣ ਤੱਕ ਮੈਂ ਇਹੋ ਜਿਹਾ ਸੌਦਾ ਨਹੀਂ ਕਦੇ ਵੇਖਿਆ। ਜਾਹੋ ਭਾਈ ਹਮਰੇ ਢਿਗ ਨਾਹੀ। ਜਾ ਭਾਈ ਚਲਿਆ ਜਾ, ਸਾਡੇ ਕੋਲ ਨਹੀਂ ਹੈ। ਸੁਨ ਮਰਦਾਨਾ ਅਗਰ ਸਿਧਾਹੀ। ਇਹ ਸੁਣ ਕੇ ਭਾਈ ਮਰਦਾਨਾ ਅੱਗੇ ਚਲਿਆ ਗਿਆ। ਅਸ ਵਿਦ ਸਕਲ ਬਾਜ਼ਾਰ ਮਝਾਰਾ। ਇਸ ਤਰ੍ਹਾਂ ਭਾਈ ਸਾਰੇ ਬਾਜ਼ਾਰ ਦੇ ਵਿੱਚ ਨਹਿ ਦੀਨੇ ਕੇ ਸਾਚ ਝੂਠਾਰਾ। ਕਿਸੇ ਨੇ ਵੀ ਇਹ ਸੱਚ ਔਰ ਝੂਠ ਨਹੀਂ ਦਿੱਤਾ ਹੈ। ਮੂਲਾ ਇੱਕ ਕਿਰਾੜ ਹਟਵਾਰਾ। ਇੱਕ ਮੂਲਾ ਕਿਰਾੜ ਸੀ ਜਿਹਦੀ ਹੱਟੀ ਸੀ। ਕਿਰਾੜ ਭਾਵ ਹੈ ਇਥੋਂ ਕਿ ਇਹ ਖੱਤਰੀਆਂ ਦੀ ਜਾਤੀ ਹੋਈ ਹੈ। ਕਿਰਾੜ ਖੱਤਰੀ ਨੂੰ ਕਹਿੰਦੇ ਆ। ਅਸਲ ਵਿੱਚ ਮਹਾਰਾਜ ਗਏ, ਇੱਥੇ ਹਮਜਾ ਗੌਸ ਇੱਕ ਫਕੀਰ ਸੀ। ਉਹ ਮੁਸਲਮਾਨ ਫਕੀਰ ਜਿਹੜਾ ਬੰਦਗੀ ਕਰਦਾ ਸੀ। ਇਸ ਸਿਆਲਕੋਟ ਦਾ ਬਹੁਤ ਅਮੀਰ ਆਦਮੀ ਸੀ, ਇੱਕ ਚੌਧਰੀ। ਉਹਦੇ ਔਲਾਦ ਹੈ ਨਹੀਂ ਸੀ। ਉਹ ਉਸ ਫਕੀਰ ਕੋਲੇ ਚਲਿਆ ਗਿਆ। ਇਹ ਫਕੀਰ ਨੇ ਕਿਹਾ, ਤੇਰੇ ਔਲਾਦ ਹੋ ਜੂ, ਪਰ ਇੱਕ ਪੁੱਤਰ ਪਹਿਲਾਂ ਮੇਰੇ ਡੇਰੇ ਵਿੱਚ ਚੜਾਵੀਂ ਉਸ ਨੂੰ। ਇਸ ਤਰ੍ਹਾਂ ਇੱਕ ਕਰਕੇ ਉਹਦੇ 4 ਪੁੱਤ ਹੋਏ। ਉਹ ਕਹਿਣ ਲੱਗਿਆ, ਪੁੱਤ ਦੇ ਬਦਲੇ ਧਨ ਲੈ ਲਾ, ਪਰ ਮੈਂ ਪੁੱਤਰ ਨਹੀਂ ਤੈਨੂੰ ਦੇ ਸਕਦਾ। ਇਹ ਜਿਹੜਾ ਹਮਜਾ ਗੌਂਸ ਸੀ, ਫਿਰ ਇਹ ਗੁੱਸੇ ਵਿੱਚ ਹੋਇਆ ਕਿ ਇਹ ਤਾਂ ਕਿਰਤ ਘਣਾ ਦਾ ਸ਼ਹਿਰ ਹੈ, ਇਹਨੂੰ ਮੈਂ ਗਰਕ ਕਰ ਦੇਣਾ ਤਪ ਬੰਦਗੀ ਕਰਕੇ। ਮੱਠ ਵਿੱਚ ਭੋਰੇ 'ਚ ਬੈਠਾ ਹੈ। 40 ਦਿਨ ਕਹਿੰਦਾ ਤਪ ਕਰੂੰ, ਸੂਰਜ ਨਹੀਂ ਮੱਥੇ ਲਾਉਣਾ, ਇੱਕ ਜੌਂ ਖਾ ਕੇ ਗੁਜ਼ਾਰਾ ਕਰੂੰ। ਇਸ ਤਰ੍ਹਾਂ ਦਾ ਲਿਖਿਆ ਇਤਿਹਾਸ ਵਿੱਚ। ਮਹਾਰਾਜ ਕਹਿੰਦੇ, ਮਰਦਾਨਿਆਂ, ਰੱਬ ਦੇ ਵੱਲ ਨੂੰ ਤੁਰਿਆ ਸੀ, ਪਰ ਰਸਤਾ ਇਹਨੇ ਗਲਤ ਫੜ ਲਿਆ। ਚਲੋ ਭਾਈ ਬਾਲਾ ਮਰਦਾਨਾ ਉਹਨੂੰ ਉਪਦੇਸ਼ ਦਈਏ।
ਇਹ ਮਹਾਰਾਜ ਨੇ ਭਾਈ ਮਰਦਾਨੇ ਨੂੰ 1-2 ਵਾਰ ਭੇਜਿਆ ਕਿ ਤੁਹਾਡੇ ਫਕੀਰ ਨੂੰ ਗੁਰੂ ਮਹਾਰਾਜ ਮਿਲਣਾ ਚਾਹੁੰਦੇ ਆ, ਬੇਰੀ ਹੇਠ ਬੈਠੇ ਆ, ਜਾਂ ਕਿੱਕਰ ਦਾ ਦਰਖਤ ਲਿਖਿਆ ਜਾਂ ਕਿਤੇ ਬੇਰੀ ਦਾ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਜਦੋਂ ਦੇਖਿਆ ਭਾਈ ਮਰਦਾਨੇ ਨੂੰ ਉੱਥੋਂ ਧੱਕੇ ਮਾਰ ਕੇ ਕੱਢਿਆ, ਗੁਰੂ ਸਾਹਿਬ ਨੇ ਐਸੀ ਨਜ਼ਰ ਕੀਤੀ, ਉਹ ਗੁਰਮੁਖੋ ਮੱਠ ਜਿਹਾ ਫਟ ਗਿਆ। ਇਹਨੂੰ ਸੂਰਜ ਅੰਦਰ ਕਿਰਨਾਂ ਚਲੀਆਂ, ਭੱਜ ਕੇ ਬਾਹਰ ਨਿਕਲਿਆ। ਕੌਣ ਆਇਆ ਸਭ ਕੋ ਪੁੱਛਿਆ, ਕਹਿੰਦੇ ਫਕੀਰ ਆਏ ਸੀ। ਉਹ ਉੱਥੇ ਬੈਠਾ ਹੈ ਬੇਰੀ ਦੇ ਥੱਲੇ। ਉਹਦੇ ਨਾਲ ਦਾ ਸਾਥੀ ਆਇਆ ਸੀ, ਉਹ ਕਹਿੰਦਾ ਸੀ ਗੁਰੂ ਨਾਨਕ ਦੇ ਮਹਾਰਾਜ ਮੇਰੇ ਨਾਨਕ ਨਿਰੰਕਾਰੀ ਮਿਲਣਾ ਚਾਹੁੰਦੇ। ਉਹ ਜਾਣ ਗਿਆ ਇਹ ਨਾਨਕ ਤਪਾ ਸਤਿਗੁਰੂ ਜੀ ਨੇ ਮਹਾਰਾਜ ਕੋਲ ਆਇਆ। ਸਤਿਗੁਰੂ ਕਹਿੰਦੇ ਭਾਈ ਇਹ ਕਿਉਂ ਕਰਦਾ ਹੈ? ਕਹਿੰਦਾ ਸ਼ਹਿਰ ਗਰਕ ਕਰਨਾ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਨਾ, ਉਹ ਕਦੇ ਜਗਤ ਤੇ ਕਹਿਰ ਨਹੀਂ ਕਰਦੇ ਹੁੰਦੇ, ਪਰਉਪਕਾਰੀ ਹੁੰਦੇ ਆ। ਤੇ ਤੂੰ ਇਸ ਪਾਸੇ ਨੂੰ ਪੈ ਗਿਆ, ਵੇਖ ਲੈ ਇਹ ਤਾਂ ਪਹਿਲਾਂ ਹੀ ਮੌਤ ਨੂੰ ਸੱਚ ਮੰਨੀ ਬੈਠੇ ਨੇ। ਫਿਰ ਸਤਿਗੁਰਾਂ ਨੇ ਕਿਹਾ ਸੀ ਜਾ ਮਰਦਾਨਿਆ ਸੱਚ ਤੇ ਝੂਠ ਲੈ ਕੇ ਆ। ਤਾਂ ਉਥੋਂ ਮੂਲਾ ਇੱਕ ਕਿਰਾੜ ਹਟਵਾਰਾ, ਇੱਕ ਖੱਤਰੀ ਮੂਲਾ, ਉਹ ਹੱਟੀ ਪਾਈ ਹੈ ਗਾ ਮਰਦਾਨਾ ਤਿਸੇ ਉਚਾਰਾ। ਜਾ ਕੇ ਭਾਈ ਮਰਦਾਨਾ ਉਸ ਨੂੰ ਕਹਿੰਦਾ ਹੈ ਝੂਠ ਸਾਚ ਭਈ ਮੁਝ ਕੋ ਦੀਜੈ ਹੈ। ਇਹ ਭਾਈ ਸੇਠਾ ਮੈਨੂੰ ਝੂਠ ਤੇ ਸੱਚ ਚਾਹੀਦਾ, ਉਹ ਦੇ ਦੇ। ਟਕਾ ਏਕ ਹਮ ਤੇ ਲੈ ਲੀਜੈ ਹੈ। ਆ ਮੇਰੇ ਕੋਲ ਇੱਕ ਟਕਾ ਹੈ, ਇਹ ਮੇਰੇ ਕੋਲੋਂ ਉਸ ਬਦਲੇ ਤੂੰ ਲੈ ਲਾ। ਸੁਣ ਮਰਦਾਨੇ ਤੇ ਲੈ ਲੀਨਾ। ਇਹ ਸੁਣ ਕੇ ਭਾਈ ਮਰਦਾਨੇ ਤੋਂ ਉਸਨੇ ਟਕਾ ਜਿਹੜਾ ਹੈ ਉਹ ਲੈ ਲਿਆ, ਆਪਣੇ ਹੱਥ ਵਿੱਚ ਟਕਾ ਫੜ ਲਿਆ ਹੈ। ਕਾਗਦ ਪੈ ਅਸ ਲਿਖ ਕੈ ਦੀਨਾ। ਕਾਗਜ਼ ਦੇ ਉੱਤੇ ਇਸ ਤਰ੍ਹਾਂ ਲਿਖ ਕੇ ਦੇ ਦਿੱਤਾ, ਜੀਵਨ ਝੂਠ ਮਰਨ ਸੱਚ ਹੈ। ਲਿਖਤਾ ਜਿਉਣਾ ਝੂਠ ਹੈ, ਆ ਜੋ ਮਰਨਾ ਇਹ ਸੱਚ ਹੈ। ਲੈ ਮਰਦਾਨਾ ਆ ਗੁਰ ਪਹਿ। ਲੈ ਕੇ ਭਾਈ ਮਰਦਾਨਾ ਸਤਿਗੁਰੂ ਕੋਲ ਆ ਗਿਆ ਹੈ। ਹਰਖੇ ਸਤਿਗੁਰ ਉਠੇ ਤਦਾਏ। ਗੁਰੂ ਮਹਾਰਾਜ ਵੀ ਪ੍ਰਸੰਨ ਹੋਏ, ਫਿਰ ਉੱਠ ਖੜੇ ਹਨ। ਜਹ ਮੂਲਾ ਥਿਰ ਤਹ ਚੱਲ ਆਏ। ਜਿੱਥੇ ਉਹ ਮੂਲਾ ਹੱਟ ਤੇ ਬੈਠਾ ਸੀ ਉਸ ਜਗ੍ਹਾ ਚੱਲ ਕੇ ਆ ਖੜੇ। ਪਿਖ ਮੂਲੇ ਤਬ ਬੰਧਨ ਧਾਰੀ। ਮੂਲੇ ਨੇ ਵੇਖਿਆ ਕੋਈ ਸਾਧੂ ਸੰਤ ਹੈ, ਬੰਦਨਾ ਕੀਤੀ। ਕਹੇ ਉਹ ਸਤਿਗੁਰੂ ਤਾਹਿ ਉਚਾਰੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਆ ਤੂੰ ਹੀ ਲਿਖਿਆ ਹੈ, ਸੌਦਾ ਨੀਕ ਤੁਮੈ ਤੇ ਪਾਇਓ। ਇਹ ਜਿਹੜਾ ਸੌਦਾ ਹੈ ਚੰਗਾ ਏ ਭਾਈ, ਤੇਰੇ ਕੋਲੋਂ ਹੀ ਸਾਨੂੰ ਮਿਲਿਆ। ਤੂੰ ਕਿਉਂ ਗਰਸਿਓ ਥਿਰ ਘਰ ਮਾਇਓ। ਫਿਰ ਜੇ ਤੂੰ ਮਰਨਾ ਸੱਚ ਮੰਨਿਆ ਆ, ਫਿਰ ਤੂੰ ਕਿਉਂ ਇਸ ਘਰ ਵਿੱਚ ਮਾਇਆ ਦੇ ਵਿੱਚ ਗਰਸਿਆ ਪਿਆ ਕਿ ਕੇਵਲ ਲਿਖਣ ਦੇ ਹੀ ਟਕਾ ਫੜ ਕੇ ਰੱਖ ਲਿਆ। ਚੱਲੋ ਸੰਗ ਜਿਤ ਹਮ ਚੱਲ ਜਾਹੇ। ਆ ਮੂਲਿਆ ਸਾਡੇ ਨਾਲ ਚੱਲ ਜਿੱਧਰ ਨੂੰ ਅਸੀਂ ਜਾਵਾਂਗੇ। ਉੱਤਰ ਨਹਿ ਕੋ ਮੂਲੇ ਆਹੇ। ਮੂਲੇ ਨੂੰ ਕੋਈ ਉੱਤਰ ਨਹੀਂ ਆਇਆ। ਇੱਕ ਵਾਰੀ ਤਾਂ ਉਹਦੇ ਵੀ ਅੰਦਰ ਵਿਰਾਗ ਜਿਹਾ ਪੈਦਾ ਹੋਇਆ ਹੈ। ਭਇਓ ਤਿਆਗ ਗੁਰ ਸੰਗ ਸਿਧਾਇਆ। ਉਸੇ ਸਮੇਂ ਸਭ ਕੁਝ ਛੱਡ ਕੇ ਸਤਿਗੁਰਾਂ ਦੇ ਨਾਲ ਚੱਲ ਪਿਆ ਹੈ। ਤਿਹ ਤੇ ਸਤਿਗੁਰ ਲਭ ਪੁਰ ਆਇਆ। ਉੱਥੋਂ ਭਾਈ ਚੱਲਿਆ ਹੈ ਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ, ਤੇ ਇਹ ਲਭਪੁਰ ਆ ਗਿਆ, ਭਾਵ ਲਾਹੌਰ ਆ ਗਏ ਹਨ ਚੱਲ ਕਰਕੇ। ਪੁਰ ਤੇ ਵਹਿਰ ਥਿਰੈ ਇੱਕ ਥਾਂਏ। ਤੇ ਨਗਰ ਤੋਂ ਬਾਹਰ ਇੱਕ ਜਗ੍ਹਾ ਬੈਠ ਗਏ ਧੰਨ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਔਰ ਇਹ ਮੂਲਾ ਸੇਠ। ਨਿਜ ਸਰੂਪ ਮੋਹ ਬ੍ਰਿਤੀ ਟਿਕਾਏ। ਲਾਹੌਰ ਤੋਂ ਬਾਹਰ ਬੈਠੇ ਨੇ ਆਪਣੇ ਸਵੈ ਸਰੂਪ ਨਿਰਾਕਾਰ ਵਿੱਚ। ਮਹਾਰਾਜ ਨੇ ਬਿਰਤੀ ਟਿਕਾਈ ਹੈ। ਦੁਨੀ ਚੰਦ ਤਹਿ ਬਨੀਆਂ ਭਾਰੀ।
ਤੇ ਉਹ ਲਾਹੌਰ ਦੇ ਵਿੱਚ ਇੱਕ ਦੁਨੀ ਚੰਦ ਨਾਂ ਦਾ ਬਹੁਤ ਵੱਡਾ ਬਾਣੀਆ ਸੇਠ ਸੀ। ਗੁਰ ਕੀਰਤ ਤਹਿ ਸੁਨੀ ਅਗਾਰੀ। ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਸ ਤਰ੍ਹਾਂ ਮਹਿਮਾ ਕੀਰਤੀ ਸੁਣੀ। ਤੇਹ ਦਿਨ ਕੀਨੋ ਸਰਾਧ ਵਿਸਾਲਾ, ਜਾਂ ਇਹ ਕਹੀ ਅਗਾਰੀ। ਹਾਂ, ਗੁਰੂ ਸਾਹਿਬ ਦੀ ਉਹਨੇ ਮਹਿਮਾ ਪਹਿਲਾਂ ਹੀ ਸੁਣ ਚੁੱਕਿਆ ਸੀ ਲਾਹੌਰ, ਕਿਉਂਕਿ ਦੂਰੋਂ ਦੂਰੋਂ ਗੁਰਸਿੱਖ ਆਉਣ ਲੱਗ ਗਏ ਸਨ ਮਾਈ ਭਾਈ। ਤੇ ਇਸ ਦੁਨੀ ਚੰਦ ਨੇ ਸੁਣਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਪਰਮੇਸ਼ਰ ਸਰੂਪ ਹੈ, ਬਹੁਤ ਚੰਗੇ, ਕੋਈ ਕਹਿੰਦਾ ਬਹੁਤ ਚੰਗੇ ਸੰਤ ਹੈ, ਕੋਈ ਕੁਛ ਆਪੋ ਆਪਣੀ ਭਾਵਨਾ ਦੇ ਮੁਤਾਬਕ। ਤੇ ਉਹ ਦਿਨ ਜਿੱਦੇ ਮਹਾਰਾਜ ਗਏ, ਤੇਹ ਦਿਨ ਕੀਨੋ ਸਰਾਧ ਵਿਸਾਲਾ। ਉਸ ਦਿਨ ਉਹਨੇ ਭਾਈ ਵੱਡਾ ਸਰਾਧ ਕੀਤਾ ਸੀ। ਪਿਤ ਕੀ ਬਰਸੀ ਨੀ ਲੱਖ ਕਾਲਾ, ਤੇ ਪਿਤਾ ਦੀ ਬਰਸੀ ਦਾ ਸਮਾਂ ਉਹ ਜਾਣ ਕਰਕੇ ਸੁਨ ਕਰ ਆਗਮ ਕਿਰਪਾਨ ਕੀਤਾ। ਪਤਾ ਲੱਗਿਆ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਘਰ ਆਏ ਹਨ। ਸੋ ਆਵਾ ਲੈਨੇ ਕੇ ਹੇਤਾ, ਗੁਰੂ ਪਾਤਸ਼ਾਹ ਮਹਾਰਾਜ ਨੂੰ ਲੈਣ ਵਾਸਤੇ ਆ ਗਿਆ ਹੈ। ਪਦ ਅਰਬਿੰਦ ਸੋ ਬੰਧਨ ਕੀਨਾ, ਪਦ ਅਰਬਿੰਦ ਚਰਨ ਕਮਲਾਂ ਤੇ ਆ ਕੇ ਉਸਨੇ ਬੰਦਨਾ ਕੀਤੀ ਹੈ। ਬਿਨੈ ਭਨੀ ਬਹੁ ਹੋਏ ਉਹ ਦੀਨਾ, ਔਰ ਬੇਨਤੀ ਕੀਤੀ ਬਹੁਤ ਨਿਮਾਣਾ ਹੋ ਕਰਕੇ। ਪੂਰਨ ਪੁਰਖ ਲਖੋ ਮਮ ਪ੍ਰੀਤਾ, ਕਹਿਣ ਲੱਗਿਆ, ਹੇ ਪੂਰਨ ਪੁਰਖ ਸਤਿਗੁਰੂ ਜੀ, ਮੇਰੇ ਅੰਦਰ ਦੀ ਪ੍ਰੀਤ ਨੂੰ ਜਾਣਦੇ ਹੋਏ ਚੱਲੋ ਸਦਨ ਕੋ ਕਰੋ ਪੁਨੀਤਾ। ਮਹਾਰਾਜ ਘਰ ਨੂੰ ਚੱਲੋ, ਪਵਿੱਤਰ ਕਰੋ। ਤਿਹ ਬੇਲੋਕ ਕੈ ਪ੍ਰੇਮ ਵਿਸਾਲਾ, ਉਸ ਦਾ ਬਹੁਤਾ ਪ੍ਰੇਮ ਵੇਖ ਕਰ। ਗਮਨ ਕੀਓ ਉਠ ਸੰਗ ਕਿਰਪਾਲਾ, ਕਿਰਪਾਲੂ ਸਤਿਗੁਰੂ ਜੀ ਨੇ ਉੱਠ ਕੇ ਨਾਲ ਚੱਲਣਾ ਕੀਤਾ ਹੈ। ਹੋਤੋ ਸਦਨ ਜੋ ਅਦਕ ਬਚਿਤਰਾ, ਜੋ ਉਸ ਦਾ ਭਾਈ ਘਰ ਸੀ ਉਹ ਬਹੁਤ ਹੀ ਜ਼ਿਆਦੇ ਵਿਚਿੱਤਰ ਸੋਹਣਾ ਚਿੱਤਰਕਾਰੀਆਂ ਕੀਤੀਆਂ ਹੋਈਆਂ। ਤਹਿ ਬੈਸਾਏ ਪਰਮ ਪਵਿੱਤਰਾ, ਘਰ ਦੇ ਵਿੱਚ ਸਤਿਗੁਰੂ ਪਰਮ ਪਵਿੱਤਰ ਗਰੀਬ ਨਵਾਜ ਪਾਤਸ਼ਾਹ ਨੂੰ ਬਿਠਾਇਆ ਹੈ। ਆਪ ਸਰਾਧ ਸਰਬ ਕਰਵਾਵਾ, ਤੇ ਆਪ ਉਸਨੇ ਸਾਰਾ ਸਰਾਧ ਕਰਵਾਇਆ। ਬਹੁ ਬਿਪਰਨ ਕੋ ਭੋਜਨ ਖਵਾਵਾ, ਤੇ ਬਹੁਤ ਬ੍ਰਾਹਮਣ ਸੱਦੇ ਹੋਏ ਸੀ ਜਿਨ੍ਹਾਂ ਨੂੰ ਭਾਈ ਭੋਜਨ ਛਕਾਇਆ ਹੈ। ਤੇ ਸਾਰੇ ਛਕ ਕੇ ਕਹਿਣ, ਬਹੁਤ ਵਧੀਆ ਭਾਈ, ਤੇਰੇ ਬਾਪ ਨੂੰ ਮਿਲ ਗਿਆ, ਉਹ ਤਾਂ ਰੱਜਿਆ ਬੈਠਾ ਹੈ, ਬੜਾ ਖੁਸ਼ ਹੈ, ਕਿਉਂਕਿ ਨਾਲੇ ਤਨ ਪਾਣੀ ਛਕ ਲਿਆ, ਨਾਲੇ ਮਾਇਆ ਮਿਲ ਗਈ। ਤੇ ਆਪਦੇ ਕੋਲੋਂ ਹੀ ਦੇਤੇ ਉਹਨੂੰ ਸਰਟੀਫਿਕੇਟ, ਤੇਰੇ ਪਿਤਾ ਤਾਂ ਵੀ ਮਾਰਦਾ ਆਨੰਦ, ਪਿੱਤਰ ਲੋਕ ਸਵਰਗਾਂ 'ਚ ਮੌਜਾਂ ਕਰਦਾ, ਤੂੰ ਬਹੁਤ ਚੰਗਾ ਜਿਹੜਾ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕਰਦਾ। ਤੇ ਉਹਨੂੰ ਭਾਈ ਸਾਰਾ ਕੁਝ ਜਿਹੜਾ ਹੈ ਉਹ ਮਿਲ ਰਿਹਾ ਹੈ। ਇਹ ਹੁਣ ਵਿੱਚ ਵਿਚਾਲੇ ਜੋ ਮਾਰਾਂਗਾ ਵੱਡੀ ਹੈ, ਹੱਥ ਦਲਾਲ ਕੇ ਮੁਸਫੀ ਇਹ ਕਰੇ, ਵਿੱਚ ਬਣੇ ਹੋਏ ਨੇ ਕਿ ਸਾਡੇ ਰਾਹੀਂ ਗਾਹਾਂ ਪਹੁੰਚਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਬੈਠੇ ਸਾਰਾ ਕੁਝ ਵੇਖ ਰਹੇ ਨੇ, ਜਾਣੀ ਜਾਣ ਪਾਤਸ਼ਾਹ ਜੀ। ਤੇ ਉਸ ਨੇ ਸਭ ਨੂੰ ਭਾਈ ਛਕਾਇਆ। ਜਬ ਸ੍ਰੀ ਗੁਰ ਕੇ ਗਇਓ ਸਮੀਪਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਗਿਆ, ਤਬ ਬੋਲੇ ਬੇਦੀ ਕੁਲ ਦੀਪਾ। ਬੇਦੀ ਕੁਲ ਦੀਪਕ ਸਤਿਗੁਰੂ ਜੀ ਫਿਰ ਕਹਿਣ ਲੱਗੇ, ਕਿਹ ਕਾਰਨ ਤੇ ਕੀਨ ਆਹਾਰਾ। ਐ ਦੁਨੀ ਚੰਦ ਸੇਠ, ਕਿਸ ਕਰਕੇ ਭੋਜਨ ਛਕਾਉਣਾ ਹੈ? ਬਹੁਤੇ ਨਰਨ ਖਵਾਏ ਅਗਾਰਾ, ਬਹੁਤ ਲੋਕਾਂ ਨੂੰ ਤੂੰ ਇਹ ਪਹਿਲਾਂ ਛਕਾ ਦਿੱਤਾ ਹੈ। ਭੀਰ ਭੂਰ ਤੇਰੇ ਘਰ ਮਾਹੀ, ਬੜੀ ਤੇਰੇ ਘਰ ਦੇ ਵਿੱਚ ਭੀੜ ਹੈ। ਕਹੋ ਬਿਰਤਾਂਤ ਸਭੈ ਹਮ ਪਾਹੀ, ਸਾਨੂੰ ਵੀ ਪਤਾ ਲੱਗੇ ਦੁਨੀ ਚੰਦਾ, ਸਾਰੀ ਹਾਲਤ ਬਿਰਤਾਂਤ ਦੱਸ।
ਦੁਨੀ ਚੰਦ ਦੋ ਕਰ ਬੰਦੇ। ਦੁਨੀ ਚੰਦ ਸੇਠ ਨੇ ਦੋਵੇਂ ਹੱਥ ਜੋੜੇ, ਬੋਲਿਓ ਸੁਣੀਏ ਪ੍ਰਭੂ ਮੁਕੰਦੇ। ਕਹਿਣ ਲੱਗਿਆ, ਹੈ ਪਰਮੇਸ਼ਰ ਸਰੂਪ ਮੁਕਤੀ ਦਾਤੇ, ਸਤਿਗੁਰੂ ਜੀ ਸੁਣੋ। ਦਿਵਸ ਆਜ ਕੇ ਮੇਰੋ ਤਾਤਾ। ਜੋ ਮੇਰਾ ਬਾਪ ਸੀ, ਤਾਤਾ ਪੁੱਤਰ ਨੂੰ ਵੀ ਕਹਿੰਦੇ ਆ ਤੇ ਤਾਤਾ ਪਿਤਾ ਨੂੰ ਵੀ ਕਹਿੰਦੇ ਆ। ਅੱਜ ਦੇ ਦਿਨ ਜੋ ਮੇਰਾ ਪਿਤਾ ਸੀ, ਭਾ ਪਰਲੋਕ ਹੁਤੋ ਬਖਿਆਤਾ। ਉਹ ਪ੍ਰਤੱਖ ਮਹਾਰਾਜ ਜੀ ਅੱਜ ਦੇ ਦਿਨ ਪ੍ਰਲੋਕ ਗਮਨ ਕੀਤਾ ਸੀ, ਭਾਵ ਉਹਦੀ ਮੌਤ ਹੋਈ ਸੀ। ਤਿਸ ਨਿਮਿਤ ਮੈਂ ਕੀਨ ਆਹਾਰਾ। ਉਸ ਦੇ ਨਿਮਿਤ ਮਹਾਰਾਜ ਜੀ ਮੈਂ ਇਹ ਸ਼ਰਾਧ ਦਾ ਦਿਨ ਜਾਣ ਕੇ ਆਹਾਰ ਭੋਜਨ ਤਿਆਰ ਕੀਤਾ। ਖੁਆਏ ਬਿਪਰਨ ਸਭਨ ਖਵਾਰਾ। ਤੇ ਮਹਾਰਾਜ ਜੀ ਫਿਰ ਬਿਪਰਾਂ ਨੂੰ, ਬ੍ਰਾਹਮਣਾਂ ਨੂੰ, ਜਿੰਨੇ ਵੀ ਹਨ, ਇਹਨਾਂ ਨੂੰ ਖਵਾਇਆ ਹੈ ਤੇ ਫਿਰ ਹੋਰ ਬਾਕੀ ਬਾਅਦ ਵਿੱਚ ਬਾਕੀਆਂ ਨੂੰ ਵੀ ਛਕਾਇਆ ਹੈ। ਪੁਨ ਬੂਝਿਓ ਸ੍ਰੀ ਸਤਿਗੁਰ ਤਾਹੀ। ਫਿਰ ਮਹਾਰਾਜ ਗੁਰੂ ਪਾਤਸ਼ਾਹ ਜੀ ਉਸ ਨੂੰ ਪੁੱਛਦੇ ਨੇ, ਤਬ ਪਿਤ ਪ੍ਰਾਪਤ ਭਇਓ ਕਿ ਨਾਹੀ। ਮਹਾਰਾਜ ਕਹਿੰਦੇ ਵੀ ਤੂੰ ਆਪਣੇ ਪਿਤਾ ਨੂੰ ਭੋਜਨ ਪਹੁੰਚਾਉਣ ਵਾਸਤੇ ਛਕਾਇਆ, ਤੇਰੇ ਪਿਤਾ ਨੂੰ ਪ੍ਰਾਪਤ ਹੋ ਗਿਆ ਕਿ ਨਹੀਂ ਹੋ ਗਿਆ। ਦੁਨੀ ਚੰਦ ਕਹਿ ਲਖੋ ਨ ਕੋ। ਦੁਨੀ ਚੰਦ ਕਹਿੰਦੇ ਮਹਾਰਾਜ ਸਾਰੇ ਬ੍ਰਾਹਮਣ ਤੇ ਹੀ ਕਹਿ ਗਏ, ਤੇਰਾ ਪਿਤਾ ਬੜਾ ਆਨੰਦ ਵਿੱਚ ਹੈ, ਬੜਾ ਖੁਸ਼ ਹੈ। ਉਹਦਾ ਕਹਿੰਦਾ ਵੀ ਮੇਰੇ ਪੁੱਤ ਨੂੰ, ਮੇਰੇ ਪੁੱਤ ਵਰਗਾ ਸਾਰਿਆਂ ਨੂੰ ਦੇਵੇ ਪੁੱਤ, ਜਿਹੜਾ ਮੇਰੇ ਨਿਮਿਤ ਸਰਾਧ ਕਰਦਾ ਤੇ ਮੈਨੂੰ ਸੁਖੀ ਰੱਖ ਰਿਹਾ। ਤੂੰ ਬਈ ਬਹੁਤ ਚੰਗਾ ਹੈ, ਤੇਰੇ ਵਰਗਾ ਪੁੱਤਰ ਤਾਂ ਹਰੇਕ ਦੇ ਨਹੀਂ ਜੰਮਦਾ, ਜਿਹੜਾ ਆਪਣੇ ਪਿਓ ਨੂੰ ਪਿੱਤਰ ਲੋਕ ਵਿੱਚ ਵੀ ਤ੍ਰਿਪਤ ਕਰ ਰਿਹਾ। ਹੁਣ ਜਿਹਨੇ ਖਾਧਾ, ਮਾਇਆ ਮਿਲੀ ਸੀ ਤਰ੍ਹਾਂ ਤਰ੍ਹਾਂ ਦੇ, ਉਹ ਦਿਨ ਤਾਂ ਇਹ ਹੁਣ ਸਰਾਧਾਂ ਸੂਦਾਂ ਦਾ ਹਾਲ ਇਹੀ ਹੁੰਦਾ ਤੇ ਖਵਾ ਤੇ ਹੁਣ ਬੁਰਾ ਹਾਲ ਕਰ ਦੇਣਾ। ਉਹ ਵੀ ਫਿਰ ਖਾਣ ਵਾਲੇ ਵੀ ਉਹੋ ਜਿਹੇ ਹੁੰਦੇ ਆ। ਹੁਣ ਜਿਵੇਂ ਆ ਦਸਵੀਆਂ ਨੂੰ ਕਈ ਦੇਖਿਆ, ਇਹ ਆ ਕੋਈ ਪਾਠੀ ਰਾਗੀ ਕੋ ਦੇਖਦੇ ਆ ਕਿ ਗੁਰਦੁਆਰੇ ਰਹਿੰਦਾ, ਉਹਨੂੰ ਲਿਆਓ ਸਾਡੇ ਵੀ ਖਾਇਆ, ਸਾਡੇ ਵੀ ਖਾਇਆ। 29 ਦਿਨ ਭਾਵੇਂ ਬਾਅਦ ਨਾ ਪੁੱਛਣ, ਉਹਦੇ ਤੁੰਨਣ ਤੇ ਹੀ ਜਾਣਾ ਹੈ ਕਿ ਨਾ ਜੀ ਆ ਵੀ ਖਾ, ਆ ਵੀ ਖਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਮੁਖ ਹੋਏ ਹੈ ਤਾਂ ਭਰਮ ਹੈ ਸਾਰੇ। ਇਹ ਠੀਕ ਹੈ ਕਿ ਕਿਸੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣਾ ਕੋਈ ਮਨਾਹੀ ਨਹੀਂ ਹੈ, ਪਰ ਇਸ ਭਰਮ ਵਿੱਚ ਛਕਾਉਣਾ ਕਿ ਇਹਨੂੰ ਛਕਾਇਆ ਸਾਡੇ ਕਿਸੇ ਵਡੇਰੇ ਨੂੰ ਮਿਲੂਗਾ, ਇਹ ਪਖੰਡ ਹੈ, ਇਹ ਸਿੱਖੀ ਨਹੀਂ ਹੈ। ਹਾਂ, ਗੁਰਸਿੱਖ ਨੂੰ ਕੋਈ ਗੁਣ, ਜਿਵੇਂ ਗੁਰੂ ਘਰ ਹੈ, ਕੋਈ ਗੁਰਸਿੱਖ ਰਹਿੰਦੇ ਹੈ, ਉਹਨੂੰ ਜਿੱਦੇ ਮਰਜ਼ੀ ਸੱਦ ਕੇ ਛਕਾ ਦੋ। ਉਹ ਤਾਂ ਨਹੀਂ ਕੋਈ ਮਹਾਰਾਜ ਨਹੀਂ, ਕੋਈ ਇਹ ਤਾਂ ਨਹੀਂ 10ਵੀਂ ਵਾਲੇ ਦਿਨ ਛਕਾਇਆ ਕੋਈ ਸਪੈਸ਼ਲ ਪਹੁੰਚੂਗਾ। ਇਹ ਤਾਂ ਐਵੇਂ, ਉਹ ਤਾਂ ਸਾਡੇ ਲਈ ਗੁਰਮੁਖੋ ਸਾਰੇ ਦਿਹਾੜੇ ਮਹਾਰਾਜ ਨਾਲ ਜੁੜਨਦੇ। ਉਹ ਰੁੱਤ ਵੀ ਭਲੀ ਹੈ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਹ ਵੀ ਜਾਣਨਾ ਜਿੱਦੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀਏ, ਉਹ ਦਿਨ ਭਲਾ ਹੀ ਹੈ। ਜਿੱਦੇ ਵਾਹਿਗੁਰੂ ਚੇਤੇ ਨਾ ਆਵੇ ਉਹ ਦਿਨ ਮਾੜਾ ਹੈ। ਇਹ ਗੱਲ ਵੱਖਰੀ ਹੈ। ਕੁਛ ਦਿਨ ਉਹ ਮੈਥ ਜੇ ਲਏ ਵੀ ਚਲੋ ਆਹ ਦਿਨਾਂ ਚਾਹ ਨੂੰ ਯਾਦ ਕਰ ਲਿਆ, ਜਿਵੇਂ ਆਪਾਂ ਗੁਰਪੁਰਬਾਂ ਨੂੰ ਜਾਂ ਕੋਈ ਹੋਰ, ਕਿ ਉਹ ਬੰਦੇ ਦੇ ਯਾਦ ਰਹਿੰਦੇ। ਪਰ ਇਹ ਭਰਮ ਨਹੀਂ ਕਦੇ ਵੀ ਕਰਨਾ ਗੁਰਸਿੱਖ ਨੇ ਕਿ ਕਿਸੇ ਨੂੰ ਇੱਥੇ ਛਕਾਇਆ ਹੋਇਆ ਕੋਈ ਗਾਹਾਂ ਕਿਸੇ ਨੂੰ ਪਹੁੰਚ ਜੂਗਾ ਅੰਨ ਪਾਣੀ, ਉਹ ਨਹੀਂ ਆਏ, ਨਹੀਂ ਪਹੁੰਚਦਾ। ਹਾਂ, ਮਹਾਰਾਜ ਕਹਿੰਦੇ ਗੁਰਸਿੱਖ ਨੂੰ ਛਕਾ ਦੇਣਾ, ਇਹ ਜਾਣੋ ਕਿ ਉਹਦਾ ਪੁੰਨ ਫਲ ਬਹੁਤ ਹੈ। ਉਸ ਭਾਵਨਾ ਨਾਲ ਵੀ ਮੈਂ ਗੁਰੂ ਕੇ ਸਿੱਖ ਨੂੰ ਅੰਨ ਪਾਣੀ ਭੋਜਨ ਛਕਾਉਣਾ ਹੈ, ਜਾਂ ਕਿਸੇ ਨੂੰ ਕੋਈ ਵਸਤਰ, ਗਾਂ ਵਾਲੇ ਨੂੰ ਵੀ ਛਕਣ ਵਾਲੇ ਨੂੰ ਵੀ ਚਾਹੀਦਾ ਵੀ ਉਹ ਪਾਠ ਕਰੇ, ਵਾਹਿਗੁਰੂ ਦਾ ਨਾਮ ਲਵੇ, ਕਿਉਂਕਿ ਨਹੀਂ ਫਿਰ ਉਹਨੂੰ ਵੀ ਦੁੱਖ ਭੋਗਣੇ ਪੈਣਗੇ, ਫਿਣਸੀਆਂ ਫਿਣਸੀਆਂ ਨਿਕਲਦੀਆਂ ਫਿਰ ਜੇ ਨਾ ਪਾਠ ਕਰੇ, ਵੀ ਯਾਦ ਰੱਖਣਾ ਚਾਹੀਦਾ। ਫਿਰ ਉਹ ਕਿਉਂਕਿ ਅਗਲੇ ਨੇ ਤਾਂ ਛਕਾਤਾ ਤੇ ਮੂਹਰੇ ਵਾਲਾ ਹੁਣ ਉਹਨਾਂ ਨਹੀਂ ਹੈ, ਉਹਨੂੰ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਸਮਾਂ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ, ਫੇਰ ਹੀ ਭਾਈ ਛਕਿਆ। ਤੇ ਬਾਕੀ ਜਿਹੜਾ ਕੋਈ ਗਾਹਾਂ ਜਿਹੋ ਜਿਹਾ, ਜੇ ਪਰਿਵਾਰ ਕੋਈ ਨਿਤਨੇਮੀ ਹੈ, ਉਹਦੇ ਉਸ ਘਰ ਦਾ ਅੰਨ ਦਾ ਫਰਕ ਹੋਊ, ਨਸ਼ੇ ਵਿਸ਼ੇ ਵਾਲਿਆਂ ਦੇ ਘਰ ਦਾ ਵੱਖਰਾ ਹੈ।
ਚਲੋ ਇਹ ਸਾਰਾ ਕੁਝ ਹੈ। ਕਹਿਣ ਦਾ ਭਾਵ ਹੈ ਕਿ ਸਤੀ ਦੇ ਸੰਤੋਖੀ ਖਾਏ, ਛਕਾਉਣ ਵਾਲੇ ਦੇ ਅੰਦਰ ਸਤ ਹੋਵੇ, ਛਕਣ ਵਾਲੇ ਅੰਦਰ ਸੰਤੋਖ ਹੋਵੇ, ਤੇ ਵਾਹਿਗੁਰੂ ਦਾ ਨਾਮ ਵੀ ਲੈਣਾ ਚਾਹੀਦਾ ਭਾਈ। ਬਾਣੀ ਪੜ੍ਹਨੀ, ਸਾਸੰਗ ਕਰਨੀ, ਸੇਵਾ ਕਰਨੀ, ਫੇਰ ਇਹ ਜਿਹੜਾ ਹੈ ਨਾ ਗੁਰੂ ਘਰ ਦੇ ਵਿੱਚ ਛਕਿਆ ਹੋਇਆ ਹੈ ਉਹ ਪਚਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਕਹਿਣ ਲੱਗਿਆ ਮਹਾਰਾਜ ਵੇ ਤੇ ਹੁਣ ਮੈਨੂੰ ਕੀ ਪਤਾ, ਮੈਨੂੰ ਤਾਂ ਉਹਨਾਂ ਨੇ ਦੱਸ ਦਿੱਤਾ, ਜੁਨੀ ਚੰਦ ਕਹਿ ਲਖੋ ਨਾ ਕੋ। ਆਉਂਦਾ ਹੁਣ ਮਹਾਰਾਜ ਕਹਿੰਦਾ ਮੈਂ ਕੋਈ ਜਾਣਦਾ ਨਹੀਂ, ਪਹੁੰਚੋ ਰਹਿਓ ਕਿ ਭੁੱਖੋ ਸੋ। ਉਹਨੂੰ ਪਹੁੰਚ ਗਿਆ ਕਿ ਜਾਂ ਭੁੱਖਾ ਹੀ ਸੌਂਦਾ। ਇਹ ਤਾਂ ਹੁਣ ਮਹਾਰਾਜ ਦੱਸਣ ਵਾਲੇ ਇਹਨਾਂ ਨੇ ਮੈਨੂੰ ਦੱਸਿਆ, ਬਾਕੀ ਤਾਂ ਮਹਾਰਾਜ ਮੈਨੂੰ ਨਹੀਂ ਕੋਈ ਪਤਾ, ਮੈਂ ਨਹੀਂ ਜਾਣਦਾ, ਪਹੁੰਚਿਆ ਜਾਂ ਭੁੱਖਾ ਹੀ ਸੁੱਤਾ ਹੈ। ਇੱਕ ਹੋਇਆ ਬਿਹਾਰ ਦੇ ਰਾਜਾ ਸਿੰਘ, ਉਹ ਵੈਸੇ ਹਿੰਦੂ ਸੀ ਪਹਿਲਾਂ, ਤੇ ਮਹਾਰਾਜ ਦੀ ਕਿਰਪਾ ਹੋਈ, ਉਹਨਾਂ ਨੇ ਸਿੱਖੀ ਧਾਰਨ ਕਰ ਲਈ। ਆ ਪਿੱਛੇ ਜੇ ਕੁਛ 5-7 ਸਾਲ ਹੀ ਹੋਏ ਆ, 2-4 ਸਾਲ ਸ਼ਾਇਦ, ਚੜ੍ਹਾਈ ਕੀਤੇ ਆ। ਅਖੰਡ ਕੀਰਤਨੀ ਜਥੇ ਵਿੱਚ ਸੀ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲਿਆਂ ਦੇ ਜਥੇ ਚ ਆਏ, ਬਹੁਤ ਸਿਮਰਨ ਕਰਦੇ ਹੁੰਦੇ ਸੀ, ਬੜੀ ਕਿਰਪਾ ਹੋਈ ਉਹਨਾਂ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਸਿੱਕਾ ਸੋਨੇ ਕਾ ਰਾਜ ਖਾਲਸੇ ਕਾ, ਇਸ ਤਰ੍ਹਾਂ ਉਹਦਾ ਕਾਫੀ ਵੱਡਾ ਨਾਮ ਹੈ। ਉਹ ਪੁਸਤਕ ਦੇ ਵਿੱਚ ਉਹਨਾਂ ਨੇ ਕਾਵਿ ਬੀਤੀ ਲਿਖੀ। ਕਹਿੰਦੇ ਭਾਈ ਇਹ ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਮੈਂ ਉਸ ਪਰਿਵਾਰ ਵਿੱਚੋਂ ਸੀ ਜਿੱਥੇ ਸਾਨੂੰ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪਾਇਆ ਜਾਂਦਾ ਸੀ। ਕਹਿੰਦੇ ਇਸੇ ਤਰ੍ਹਾਂ ਮੈਂ ਛੋਟਾ ਜਿਹਾ ਸੀ, ਮੇਰੀ ਦਾਦੀ ਚੜ੍ਹਾਈ ਕਰ ਗਈ, ਤੇ ਉਹ ਹੁਣ ਜਦੋਂ ਚੜ੍ਹਾਈ ਕੀਤੀ ਸਾਰਾ ਕੋਈ, ਤੇ ਕਹਿੰਦਾ ਸਾਡੇ ਧਰਮ ਵਿੱਚ ਪਹਿਲਾਂ ਹਿੰਦੂ ਧਰਮ 'ਚ ਅਸੀਂ ਗਤੀ ਕਰਾਉਣੀ, ਤੇ ਮੇਰਾ ਪਿਤਾ ਪਰਿਵਾਰ ਸਮੇਤ ਅਸੀਂ ਸਾਰੇ, ਮੈਂ ਤੇ ਕਹਿੰਦਾ ਛੋਟਾ ਜਿਹਾ ਸੀ ਉਦੋਂ, ਬੱਸ ਤੇ ਬੈਠ ਕੇ ਗਏ, ਕਹਿੰਦੇ ਗਤੀ ਕਰਾ ਕੇ ਆਉਣੀ ਹੈ। ਚਲੇ ਗਏ ਜਿਸ ਜਗ੍ਹਾ ਗਤੀਆਂ ਕਰਦੇ ਸੀ, ਉਹ ਹਰਿਦੁਆਰ ਇਤਿਆਦਿਕ ਜਿੱਥੇ ਪੰਡੇ ਬੈਠੇ ਸਨ, ਕਹਿੰਦੇ ਉੱਥੇ ਗਏ ਜਦੋਂ, ਤੇ ਉਹ ਗਾਹਾਂ ਜਿਹੜੇ ਕਰ ਰਹੇ ਸੀ ਉਹ ਕਹਿੰਦੇ ਬੈਠ ਜਾ, ਕੋਈ ਨਹੀਂ, ਆ ਤੇਰੀ ਬਾਰੀ ਆ ਲੈਣ ਦੇ, ਤੁਹਾਡਾ ਪੰਡਤ ਮੈਂ ਹੀ ਹੈ, ਮੈਂ ਸਾਰਾ ਗਤੀ ਪੜ੍ਹ ਦੂੰਗਾ। ਇਹ ਬੈਠੇ ਰਹੇ। ਕਹਿੰਦੇ ਸਾਡੇ ਮੂਹਰੇ ਜੇ 2-3 ਜਾਣੇ, 3 ਹੋਰ ਸੀ, ਉਹ ਆਈ ਗਏ, ਹਾਂਜੀ ਆਓ ਭਾਈ, ਕਹਿੰਦੇ ਗਤੀ ਕਰਾਉਣੀ ਹੈ। ਠੀਕ ਆ ਜੀ, ਇੰਨੇ ਭਾਂਡੇ ਆ, ਮੰਜਾ ਬਿਸਤਰਾ ਹੋਰ ਸਾਰਾ ਕੁਝ ਲਿਆਂਦਾ, ਹੁਣ ਐਡੀ ਦੂਰੋਂ ਲੈ ਕੇ ਕੌਣ ਜਾਂਦਾ? ਕਹਿੰਦੇ ਨਹੀਂ ਜੀ ਲਿਆਂਦਾ ਨਹੀਂ। ਚੰਗਾ ਇੰਨੀ ਇਹਦੀ ਭੇਟਾ ਜਮ੍ਹਾਂ ਕਰਾ ਦਿਓ, ਤੇ ਕੋਈ ਨਹੀਂ ਉਹ ਅਸੀਂ ਆਪੇ, ਫਿਰ ਉਹ ਜਾ ਉਹਨੇ ਪੜ੍ਹ ਪੁੜ ਦਿੱਤਾ ਵੀ ਚਲੋ ਜੀ ਇਹਦੇ ਨਿਮਿੱਤੇ ਨੇ ਮੰਜਾ ਬਿਸਤਰਾ ਭਾਂਡੇ ਇਉਂ ਦਾਨ ਕੀਤੇ ਆ, ਮਾਇਆ ਆ ਗਈ। ਦੂਜੇ ਦੀ ਵਾਰੀ ਆ ਗਈ, ਉਹਨੂੰ ਪੁੱਛਿਆ ਹਾਂ ਭਾਈ, ਹੁਣ ਉਹ ਕਹਿੰਦੇ ਥੋੜੇ ਜਿਹੇ ਭਾਂਡੇ ਤੇ ਇੱਕ ਮੰਜਾ ਤੇ ਇੱਕ ਬਿਸਤਰਾ ਕੋਲ ਰੱਖਿਆ ਹੋਇਆ ਸੀ। ਉਹਨੂੰ ਪੁੱਛਿਆ ਹਾਂ ਵੀ ਗਤੀ ਕਰਾਉਣੀ ਹੈ ਜੀ, ਭਾਂਡੇ ਲਿਆਂਦੇ ਆ, ਉਹ ਕੋਈ ਮਾੜੇ ਮੋਟੇ ਲੈ ਵੀ ਜਾਂਦੇ, ਮੰਜਾ ਬਿਸਤਰਾ ਤਾਂ ਕੋਈ ਲੈ ਕੇ ਨਹੀਂ ਜਾਂਦਾ ਐਡੀ ਦੂਰ। ਕਹਿੰਦੇ ਉਹ ਲਿਆਂਦਾ ਕੋਈ ਨਹੀਂ ਹੈਗਾ, ਕਹਿੰਦੇ ਸਾਡੇ ਕੋਲ, ਚੱਲ ਕੋਈ ਨਹੀਂ ਤੁਸੀਂ ਇੰਨੇ ਪੈਸੇ ਜਮ੍ਹਾਂ ਕਰ ਦਿਓ। ਇਉਂ ਤੀਜੇ ਨੂੰ, ਚੌਥੇ ਥਾਂ ਉਹ ਦੱਸਦੇ ਵੀ ਸਾਡੀ ਵਾਰੀ ਆ ਗਈ, ਮੇਰਾ ਪਿਤਾ ਅੱਗੇ ਹੋ ਗਿਆ। ਉਹ ਕਹਿਣ ਲੱਗਿਆ ਬ੍ਰਹਮ, ਹਾਂ ਭਾਈ ਦੱਸ। ਕਹਿੰਦੇ ਜੀ ਮਾਤਾ ਸਾਡੀ ਬਜ਼ੁਰਗ ਗੁਜ਼ਰੀ ਆ, ਗਤ ਕਰਾਉਣੀ ਹੈ। ਅੱਛਾ ਭਾਈ, ਹਾਂ ਬਿਸਤਰਾ ਮੰਜਾ ਭਾਂਡੇ ਕੱਪੜੇ ਹੋਰ ਜੋ ਕੁਛ ਮੰਗਿਆ। ਕਹੇ ਜੀ ਬਿਸਤਰਾ ਮੰਜਾ ਉਹ ਤਾਂ ਨਹੀਂ ਲਿਆਂਦਾ। ਉਹ ਕਹੇ ਹੈਗਾ ਸਾਡੇ ਕੋਲੇ, ਕੋਈ ਨਹੀਂ ਇੰਨੇ ਪੈਸੇ ਜਮ੍ਹਾਂ ਕਰਾ ਦਿਓ। ਹੁਣ ਚੌਹਾਂ ਤੋਂ ਪੈਸੇ ਜਮ੍ਹਾਂ ਕਰ ਲਏ। ਚਲੋ ਜੋ ਆਪਦਾ ਕਿਰਿਆ ਕਰਨੀ ਸੀ ਕਰਨ ਤੋਂ ਬਾਅਦ ਉਹ ਆਪ ਲਿਖਦੇ ਆ। ਹੁਣ ਜੇ ਕੋਈ ਗੁਰਮੁਖੋ ਆਪਾਂ ਕਹਾਂਗੇ ਤਾਂ ਕਹੇ ਕਿਸੇ ਧਰਮ ਤੇ ਕਿੰਤੂ ਨਹੀਂ ਕਰਨਾ, ਲੇਕਿਨ ਧਰਮ ਤੇ ਕਿੰਤੂ ਨਹੀਂ ਹੈ। ਧਰਮਾਂ ਵਿੱਚ ਆਏ ਹੋਏ ਪਖੰਡਾਂ ਤੇ ਕਿੰਤੂ ਹੈ। ਧਰਮ ਕੋਈ ਮਾੜਾ ਨਹੀਂ, ਨਾ ਹਿੰਦੂ ਧਰਮ ਮਾੜਾ, ਨਾ ਸਿੱਖ, ਨਾ ਗੁਰਮੁਖੋ ਮੁਸਲਮ ਮਾੜੇ, ਨਾ ਕੋਈ ਈਸਾਈ ਜੈਨੀ ਬੋਧੀ ਮਾੜੇ। ਮਾੜਾ ਧਰਮ ਕੋਈ ਨਹੀਂ ਮਾੜਾ ਹੈ। ਜਦੋਂ ਧਰਮ ਦੇ ਵਿੱਚ ਕਰਮ ਕਾਂਡ ਤੇ ਪਖੰਡ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕੱਟਿਆ ਸਤਿਗੁਰਾਂ ਨੇ। ਉਹ ਛੋਟੇ ਜਿਹੇ ਸੀ, ਜਦੋਂ ਸਾਰਾ ਕੁਝ ਕਰਕੇ ਅਸੀਂ ਐ ਵਾਪਸ ਤੁਰ ਪਏ। ਮੈਂ ਆਪਣੇ ਬਾਪ ਦੀ ਉਂਗਲੀ ਫੜੀ ਹੋਈ ਸੀ, ਕਹਿੰਦੇ ਮੈਂ ਕਿਹਾ ਵੀ ਪਿਤਾ, ਵੀ ਜਿਹੜੀ ਆਪਣੀ ਦਾਦੀ ਸੀ ਮੇਰੀ, ਉਹਨੂੰ ਨਹੀਂ ਮੰਜਾ ਬਿਸਤਰਾ ਮਿਲਣਾ ਗਾਹਾਂ। ਕਹਿੰਦਾ ਕਿਉਂ ਨਹੀਂ ਮਿਲਣਾ, ਆਪਾਂ ਤਾਂ ਸਾਰਾ ਕੁਝ ਕਰਾ ਕੇ ਆਏ ਆ, ਤਾਂ ਜਿੰਨਾ ਮਾਇਆ।
ਉਹ ਕਹਿੰਦਾ ਨਹੀਂ ਮਿਲਣਾ ਨਹੀਂ ਹੈ। ਇੰਨਾ ਕੁ ਸੋਝੀ ਸੀ। ਕਹਿਣ ਲੱਗਿਆ ਮੈਂ ਸਾਰਾ ਕੁਝ ਦੇਖਿਆ। ਕਹਿਣ ਲੱਗਿਆ ਪਿਤਾ ਜੀ ਵੀ ਮੰਜਾ ਬਿਸਤਰਾ ਸੀ ਇੱਕ, ਤੇ ਉਹਨੇ ਅਰਦਾਸ ਕਰਤੀ 4 ਜਣਿਆਂ ਦੀ ਉਸ ਤੇ। ਆ ਮੇਰੇ ਦੇਖਦੇ ਦੇਖਦੇ ਇਹ ਆਪਣੀ ਬੇਬੇ ਜਿਹੜੀ ਸੀ ਉਹ ਵਿਚਾਰੀ ਕਮਜ਼ੋਰ ਸੀ। ਹੁਣ 4 ਜਣਿਆਂ ਦੀ ਇੱਕ ਮੰਜੇ ਬਿਸਤਰੇ ਦੀ ਅਰਦਾਸ ਹੋ ਗਈ, ਤੇ ਜਿਹੜੇ ਉਹ ਦੂਜੇ ਆ ਉਹ ਆਪਣੀ ਬੇਬੇ ਕਮਜ਼ੋਰ ਸੀ, ਉਹਨਾਂ ਨੇ ਤਾਂ ਖੋਹ ਕੇ ਲੈ ਜਾ ਕਰਨਾ, ਹੁਣ ਤਾਂ ਥੱਲੇ ਹੀ ਸੌਣਾ ਪਿਆ ਕਰੂਗਾ। ਇਉਂ ਉਸ ਸਮੇਂ ਤਾਂ ਕਹਿੰਦੇ ਮੈਨੂੰ ਘੂਰ ਜੇ ਦਿੱਤਾ, ਨਾ ਇਹ ਜਿਹਾ ਨਹੀਂ ਕੁਛ। ਵੀ ਸਮਾਂ ਪਾ ਕੇ ਦੇਖੋ ਸੋਝੀ ਹੋਈ, ਫਿਰ ਉਹਨੇ ਸਾਰੀਆਂ ਗੱਲਾਂ ਇਹ ਆਪਣੀ ਕਿਤਾਬ ਦੇ ਵਿੱਚ ਲਿਖੀਆਂ। ਇਹ ਵੀ ਲਿਖਿਆ ਮੈਂ ਸਿੱਖੀ ਵਿੱਚ ਕਿਵੇਂ ਆਇਆ, ਕਿਵੇਂ ਗੁਰੂ ਮਹਾਰਾਜ ਦੀ ਕਿਰਪਾ ਹੋਈ 10ਵੇਂ ਪਾਤਸ਼ਾਹ ਦੀ। ਪੂਰੇ ਬਾਣੇ ਵਿੱਚ ਰਹਿੰਦਾ ਸੀ ਬਹੁਤ, ਉਹਨੇ ਬਾਹਰ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ। ਫਿਰ ਉਸਨੇ ਇਹ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਸਾਨੂੰ ਗੁਰਮੁਖੋ ਭਰਮਾਂ ਚੋਂ ਕੱਢਿਆ ਹੈ। ਤੇ ਮਹਾਰਾਜ ਕਹਿਣ ਲੱਗੇ ਵੀ ਤੇਰੇ ਪਿਤਾ ਨੂੰ ਮਿਲ ਗਿਆ ਦੁਨੀ ਚੰਦ। ਕਹਿੰਦਾ ਮਹਾਰਾਜ ਇਹ ਤਾਂ ਨਹੀਂ ਮੈਂ ਜਾਣਦਾ, ਹਾਂ ਕਿ ਪਹੁੰਚਿਓ ਰਹਿਓ ਕਿ ਭੁੱਖੋ ਸੋ। ਉਹਨੂੰ ਪਹੁੰਚਿਆ ਮਿਲ ਗਿਆ, ਜਾਂ ਉਹ ਭੁੱਖਾ ਹੀ ਸੋਵੇਗਾ। ਇਸ ਵਿਦ ਕੀ ਸੁਧ ਰਾਬਰ ਜਾਨੋ। ਇਸ ਤਰ੍ਹਾਂ ਦੀ ਮਹਾਰਾਜ ਸੋਝੀ ਤਾਂ ਗਿਆਨ ਤਾਂ ਤੁਸੀਂ ਆਪ ਹੀ ਜਾਣਦੇ ਹੋ। ਜੰਤ ਅਲਪ ਮਤ ਮੈਂ ਨਾ ਪਛਾਨੂ। ਮੈਂ ਅਲਪ ਜੀਵ ਹਾਂ ਮਹਾਰਾਜ, ਮੈਂ ਕੀ ਜਾਣਦਾ ਹਾਂ। ਗੁਰ ਕਹਿ ਤਬ ਪਿਤ ਛੁਦਾ ਅਧੀਨਾ। ਗੁਰੂ ਮਹਾਰਾਜ ਕਹਿੰਦੇ ਦੁਨੀ ਚੰਦਾ ਇਹ ਸਾਰੇ ਛੱਕ ਕੇ ਤੁਰ ਗਏ, ਤੈਨੂੰ ਹੌਸਲਾ ਦੇ ਗਏ। ਅਸਲ ਵਿੱਚ ਤੇਰਾ ਪਿਤਾ ਤਾਂ ਭੁੱਖ ਦੇ ਅਧੀਨ ਤੇ ਭੁੱਖਾ ਬੈਠਾ 3 ਦਿਨ। ਭੁੱਖੇ ਬਾਸਰ ਬੀਤੇ ਤੀਨਾ। ਦੁਨੀ ਚੰਦਾ ਉਹਨੂੰ ਭੁੱਖੇ ਨੂੰ 3 ਦਿਨ ਬੀਤ ਗਏ ਨੇ। ਬੈਠਿਓ ਅਬਹਿ ਸੁਧਾ ਤਰਸੋ। ਉਹ ਤਾਂ ਹੁਣ ਵੀ ਦੁਨੀ ਚੰਦਾ ਭੁੱਖਾ ਹੀ ਬੈਠਾ ਹੈ। ਤਾਹੇ ਨ ਪਹੁੰਚੋ ਭੋਜਨ ਕੋ। ਉਹਨੂੰ ਦੁਨੀ ਚੰਦਾ ਕੋਈ ਭੋਜਨ ਨਹੀਂ ਪਹੁੰਚਿਆ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਇਸ ਤਰ੍ਹਾਂ ਦੇ ਜਦੋਂ ਸਤਿਗੁਰਾਂ ਦੇ ਦੁਨੀ ਚੰਦ ਨੇ ਬਚਨ ਸੁਣੇ, ਨਿਮਰ ਭਇਓ ਬੂਝਤ ਭਾ ਪੁਨ ਤਬ। ਬਹੁਤ ਹੀ ਨਿਮਰਤਾ ਦੇ ਵਿੱਚ ਫਿਰ ਮਹਾਰਾਜ ਨੂੰ ਪੁੱਛਿਆ, ਕਿਹ ਸਥਾਨ ਮਹਿ ਭੁੱਖਾ ਬੈਸਾ। ਮਹਾਰਾਜ ਕਿਹੜੀ ਜਗ੍ਹਾ ਹੈ ਜਿੱਥੇ ਮੇਰਾ ਪਿਤਾ ਭੁੱਖਾ ਬੈਠਾ ਹੈ। ਕਹੋ ਕਿਰਪਾ ਕਰ ਤੇਹ ਤਨ ਕੈਸਾ। ਇਹ ਵੀ ਫਿਰ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਕਿਹੜੇ ਸਰੀਰ ਵਿੱਚ ਹੈ। ਹੇਤ ਬਤਾਵਨ ਬੈਨ ਅਲਾਏ। ਫਿਰ ਸਤਿਗੁਰਾਂ ਨੇ ਉਹਨੂੰ ਦੱਸਣ ਵਾਸਤੇ ਬਚਨ ਕਹੇ। ਤਬ ਪਿਤ ਬ੍ਰਿਕ ਦੇਹ ਕੋ ਪਾਏ। ਮਹਾਰਾਜ ਕਹਿੰਦੇ ਤੇਰਾ ਜਿਹੜਾ ਪਿਤਾ ਹੈ ਨਾ, ਉਹਨੇ ਬਘਿਆੜ ਦੀ ਦੇਹੀ ਪਾਈ ਹੋਈ ਹੈ। 5 ਕੋਸ ਪਰ ਝਾਰਨ ਮਾਹੀ। ਇੱਥੋਂ 5 ਕੋ ਝਾੜਾਂ ਦੇ ਵਿੱਚ ਭੁੱਖੋ ਬੈਠ ਰਹਿਓ ਸੋ ਤਾਹੀ। ਉੱਥੇ ਉਹ 3 ਦਿਨ ਹੋ ਗਏ ਭੁੱਖਾ ਬੈਠਾ ਨੂੰ, ਕੋਈ ਸ਼ਿਕਾਰ ਨਹੀਂ ਮਿਲਿਆ ਹੈ। ਲੈ ਆਹਾਰ ਤੁਮ ਤਹਿ ਠਾ ਜਾਵੋ। ਜਾ ਐ ਕਰ ਭੋਜਨ ਆਹਾਰ ਲੈ ਜਾ, ਉੱਥੇ ਤੂੰ ਚਲਿਆ ਜਾ। ਦੇਖ ਸਰੂਪ ਨ ਮਨ ਡਰ ਪਾਵ। ਉਹਦਾ ਬਘਿਆੜ ਵਾਲਾ ਸਰੂਪ ਦੇਖ ਕੇ ਤੂੰ ਮਨ ਵਿੱਚ ਡਰੀ ਨਾ। ਤੇਰੇ ਦਰਸ਼ਨ ਕੋ ਜਬ ਹੇਰੇ। ਜਦੋਂ ਉਹ ਤੇਰੇ ਦਰਸ਼ਨ ਕਰੂਗਾ ਨਾ, ਤੇਰੇ ਦਰਸ਼ਨ ਵੇਖ ਲੂ, ਤੈਨੂੰ ਵੇਖ ਲਵੇਗਾ। ਮਾਨੁਖ ਦੇਹ ਧਰੇ ਤਿਸ ਬੇਰੇ। ਉਸੇ ਵੇਲੇ ਉਹ ਮਨੁੱਖਾ ਦੇ ਹੀ ਧਾਰ ਲੂ। ਹੁਣ ਸ਼ੇਰ ਤਾਂ ਗੁਰਮੁਖ ਕੋਈ ਭੋਜਨ ਨਹੀਂ ਨਾ ਖਾਂਦਾ, ਬਘਿਆੜ ਜਾਂ ਸ਼ੇਰ। ਮਹਾਰਾਜ ਕਹਿੰਦੇ ਮਨੁੱਖਾ ਦੇਖੋ ਸਤਿਗੁਰੂ ਦੇ ਦਰਸ਼ਨ ਕਰਨ ਦਾ ਹੀ ਕਿੰਨਾ ਫਲ ਹੈ, ਕਿ ਜਿਹੜਾ ਕੋਈ ਗੁਰੂ ਦੇ ਦਰਸ਼ਨ ਕਰ ਲੈਂਦਾ, ਉਹਦੇ ਗਾਹਾਂ ਕੋਈ ਦਰਸ਼ਨ ਕਰ ਲੇ ਤੇ ਉਹਦਾ ਕਿੱਡਾ ਫਲ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਤੈਨੂੰ ਵੇਖ ਲੂ ਉਹ ਮਨੁੱਖਾ ਦੇਹੀ ਵਿੱਚ ਆ ਜਾਵੇਗਾ। ਜਾਓ ਜਾ ਕੇ ਉਸਨੂੰ ਮਿਲ ਲੈ। ਦੁਨੀ ਚੰਦ ਅਚਰਜ ਔਰ ਧਰਕੈ। ਦੁਨੀ ਚੰਦ ਹੈਰਾਨੀ ਜੀ ਧਾਰ ਕਰਕੇ ਹਿਰਦੇ ਵਿੱਚ ਚੱਲੀਐ। ਪਾਤਰ ਪਾਏ ਸੁਕੋ ਭਰ ਕੈ। ਇਉਂ ਜਿਹੜਾ ਭਾਂਡਾ ਸੀ ਨਾ,
ਉਸ ਨੂੰ ਪਾਤਰ ਭਾਂਡੇ ਨੂੰ ਕਹਿੰਦੇ ਐ। ਚੰਗਾ ਭਰ ਕੇ ਭੋਜਨ ਨਾਲ ਤੁਰ ਪਿਆ। ਜਹਾਂ ਬਤਾਇਓ ਕਿਰਪਾ ਨਿਧਾਨਾ, ਜਿੱਥੇ ਕਿਰਪਾ ਨਿਧਾਨ ਸਤਿਗੁਰਾਂ ਨੇ ਦੱਸਿਆ। ਦੇਖਿਓ ਤਾਹਾਂ ਜਾਏ ਸੋ ਥਾਨਾ, ਉਹ ਜਗ੍ਹਾ ਜਾ ਵੇਖੀ ਹੈ। ਬ੍ਰਿਕ ਬਿਲੋਕ ਝਾੜਨ ਮੈਂ ਜਬ ਹੀ, ਜਦੋਂ ਝਾੜਾਂ ਦੇ ਵਿੱਚ ਇੱਕ ਬਘਿਆੜ ਵੇਖਿਆ। ਕਰੀ ਦੂਰ ਤੇ ਬੰਧਨ ਤਬ ਹੀ, ਦੂਰੋਂ ਹੀ ਮਹਾਰਾਜ ਦੇ ਦੱਸੇ ਮੁਤਾਬਿਕ ਤੇਰਾ ਪਿਤਾ ਦੀ ਰੂਹ ਹੀ ਆ ਉਹਦੇ ਚ। ਦੁਨੀ ਚੰਦ ਨੇ ਵੀ ਹੱਥ ਜੋੜ ਕੇ ਸਿਰ ਨੀਵਾਂ ਕੀਤਾ, ਬੰਦਨਾ ਕੀਤੀ ਦੂਰੋਂ। ਦੁਨੀ ਚੰਦ ਕੋ ਤਿਨੇ ਨਿਹਾਰਾ, ਉਸ ਬਘਿਆੜ ਨੇ ਵੀ ਦੁਨੀ ਚੰਦ ਨੂੰ ਵੇਖਿਆ। ਤਤ ਛਿਨ ਮਾਨਕ ਤਨ ਕੋ ਧਾਰਾ, ਤੁਰੰਤ ਹੀ ਉਹ ਮਨੁੱਖਾ ਤਨ ਵਿੱਚ ਆ ਗਿਆ। ਧਰ ਕਰ ਪਾਇਸ ਪਾਤਰ ਅਗਾਰੀ, ਤੇ ਉਹ ਭੋਜਨ ਦਾ ਜਿਹੜਾ ਥਾਲ ਪਾਤਰ ਸੀ ਉਹਦੇ ਅੱਗੇ ਧਰਿਆ। ਹਿਤ ਬੂਝਨ ਕੋ ਗਿਰਾ ਉਚਾਰੀ, ਤੇ ਉਹ ਸਾਰੀ ਗੱਲ ਪੁੱਛਣ ਵਾਸਤੇ ਦੁਨੀ ਚੰਦ ਨੇ ਇਉਂ ਮੁਖੋਂ ਬਾਣੀ ਗਿਰਾ ਬੋਲ ਕਹੇ। ਤੁਮ ਧਰਮਾਤਮ ਥੇ ਸਭ ਭਾਂਤੀ, ਇਹ ਪਿਤਾ ਤੂੰ ਤਾਂ ਬੜਾ ਚੰਗਾ ਸੀ, ਕੋਈ ਮਾੜਾ ਕੰਮ ਨਹੀਂ ਸੀ ਕਰਦਾ। ਧਰਮਾਤਮਾ ਕਹਿੰਦੇ ਸਭ ਤਰ੍ਹਾਂ ਕਰਕੇ। ਸ਼ੁਭ ਕਾਰਜ ਮਹਿ ਮਤ ਦਿਨ ਰਾਤੀ, ਤੇ ਸ਼ੁਭ ਕੰਮਾਂ ਵਿੱਚ ਤੇਰੀ ਮਤ ਜਿਹੜੀ ਹੈ ਦਿਨ ਰਾਤ ਰਹਿੰਦੀ ਸੀ। ਕਿਉਂ ਬਘਿਆੜ ਦੇਹ ਤੁਮ ਪਾਈ, ਆ ਬਘਿਆੜ ਦੀ ਦੇਹੀ ਤੂੰ ਕਿਵੇਂ ਪਾ ਲਈ। ਇਹੋ ਪ੍ਰਸੰਗ ਮੁਝ ਦੇਹੁ ਸੁਨਾਈ, ਇਹ ਪ੍ਰਸੰਗ ਕੱਲ ਮੈਨੂੰ ਕਿਰਪਾ ਕਰਕੇ ਦੱਸ। ਅਬ ਬ੍ਰਿਕ ਦੇਹ ਤਜੀ ਹੈ ਕੈਸੇ, ਫਿਰ ਇਹ ਵੀ ਦੱਸ ਕਿ ਹੁਣ ਬਘਿਆੜ ਦੀ ਸਰੀਰ ਨੂੰ ਕਿਵੇਂ ਛੱਡਿਆ ਹੈ। ਮਾਨੁਖ ਤਨ ਪਾਇਓ ਕਹੋ ਤੈਸੇ, ਜੋ ਇਹ ਵੀ ਦੱਸ ਕਿ ਮਨੁੱਖਾ ਤਨ ਇਹ ਕਿਵੇਂ ਪਾ ਲਿਆ। ਬੋਲਿਓ ਤਬ ਸੋ ਸੁਨੋ ਬਿਰਤਾਂਤਾ, ਉਹ ਫਿਰ ਕਹਿਣ ਲੱਗਿਆ ਕਿ ਸਾਰਾ ਬਿਰਤਾਂਤ ਸੁਣ। ਜਿਉਂ ਬੀਤੀ ਮਮ ਪਾਛਲ ਬਾਤਾ, ਜਿਵੇਂ ਮੇਰੇ ਨਾਲ ਪਿੱਛੇ ਸਾਰਾ ਕੁਝ ਹੋਇਆ। ਮ੍ਰਿਤ ਕਾਲ ਹਮਕੋ ਗੰਧ ਆਈ, ਜਦੋਂ ਮੈਂ ਮ੍ਰਿਤੂ ਕਾਲ ਦੇ ਵਿੱਚ ਸੀ, ਭਾਵ ਮੌਤ ਆਉਣ ਵਾਲੀ ਸੀ, ਉਹ ਸਮਾਂ ਸੀ ਮੌਤ ਦਾ, ਤੇ ਮੈਨੂੰ ਗਵਾਂਢ ਦੇ ਵਿੱਚੋਂ ਗੰਧ ਸੁਗੰਧੀ ਜਿਹੜਾ ਹੈ ਉਹ ਆਈ। ਮਾਸ ਸਾਲਣਾ ਕਿਨੈ ਰਿਨਾਈ, ਕਿ ਕਿਸੇ ਪ੍ਰਾਣੀ ਨੇ ਮਾਸ ਸਾਲਣਾ ਮਸਾਲੇ ਪਾ ਕੇ ਕਿਸੇ ਨੇ ਰਿੰਨਿਆ ਹੋਇਆ ਸੀ। ਮਨ ਖਾਵਨ ਕੋ ਮਨ ਲਲਚਾਇਓ, ਇਹ ਤਾਂ ਮਨ ਖਾਵਨ ਕੋ ਮਮ ਲਲਚਾਇਓ, ਮੇਰਾ ਮਨ ਲਾਲਚ ਵਿੱਚ ਆ ਗਿਆ, ਲਲਚਾ ਪਿਆ। ਮਨਾ ਮੀਟ ਨਹੀਂ ਖਾਦਾ ਕਦੇ, ਮਾਸ ਇਹੋ ਜਿਹੀ ਬਿਰਤੀ ਹੋ ਗਈ। ਸੋ ਮੇਰੇ ਤਬ ਹਾਥ ਨਾ ਆਇਓ, ਦੇਖੋ ਬਿਰਤੀ ਮਾਸ ਵਿੱਚ ਚਲੀ ਗਈ, ਪਰ ਉਹ ਮਾਸ ਤਾਂ ਮੇਰੇ ਹੱਥ ਨਾ ਆਇਆ, ਤਾਂ ਕਿਸੇ ਦੇ ਘਰ ਬਣ ਰਿਹਾ ਸੀ। ਭਇਓ ਮ੍ਰਿਤਕ ਇਹ ਦੇਹੀ ਪਾਈ, ਮੇਰੀ ਮੌਤ ਹੋ ਗਈ ਪੁੱਤਰ, ਫਿਰ ਮੈਨੂੰ ਬਘਿਆੜ ਦੇਹੀ ਮਿਲੀ। ਰਹੀ ਬਾਸਨਾ ਠਹਿ ਜਹਾਂ ਹੀ, ਕਿਉਂਕਿ ਜਿੱਥੇ ਮੇਰੀ ਬਾਸ਼ਨਾ ਜਿਹੜੀ ਸੀ ਸੁਰਤੀ ਦੀ ਉਹ ਠਹਿਰ ਗਈ। ਪੂਰਨ ਪੁਰਖ ਤੋਹੇ ਘਰ ਆਵਾ, ਫਿਰ ਇਹ ਦੂਜਾ ਸਵਾਲ ਸੀ ਕਿ ਬਘਿਆੜ ਤੋਂ ਮਨੁੱਖ ਦੇਹੀ ਵਿੱਚ ਮਨੁੱਖਾ ਸਰੂਪ ਵਿੱਚ ਕਿਵੇਂ ਆਇਆ। ਇਹ ਦੁਨੀ ਚੰਦ ਪੁੱਤਰ, ਤੇਰੇ ਘਰ ਜਿਹੜਾ ਆਇਆ ਉਹ ਪੂਰਨ ਪੁਰਖ ਪਰਮੇਸ਼ਰ ਸਰੂਪ ਹੈ। ਦਰਸ ਪਵਿੱਤਰ ਤਾਹੇ ਤਹਿ ਪਾਵਾ, ਤੇ ਉਹਦੇ ਪਵਿੱਤਰ ਦਰਸ਼ਨ ਤੈਂ ਕਰ ਲਏ। ਤੇਰੇ ਦਰਸ਼ਨ ਮੈਂ ਕਰ ਲੀਨੋ, ਤੇ ਪੁੱਤਰ ਤੇਰੇ ਦਰਸ਼ਨ ਅੱਗੇ ਮੈਨੂੰ ਹੋ ਗਏ। ਇਉਂ ਮਾਨੁਖ ਤਨ ਭਾ ਮਨ ਚੀਨੋ, ਇਹ ਜਾਣ ਲੈ ਮਨ ਵਿੱਚ ਕਿ ਇਸ ਤਰ੍ਹਾਂ ਮੈਂ ਮਨੁੱਖੇ ਤਨ ਪਾ ਲਿਆ। ਪੂਰਬ ਕਰਮ ਜੱਗੇ ਅਬ ਮੇਰੇ, ਇਹ ਪੂਰਬ ਕਰਮ ਮੇਰੇ ਜਾਗੇ ਨੇ। ਉੱਤਮ ਗਤ ਪਾਈ ਬਿਨ ਦੇਰੇ,
ਤੇ ਇਹ ਉੱਤਮ ਗਤੀ ਬਿਨਾਂ ਦੇਰੀ ਤੋਂ ਹੁਣ ਮੈਨੂੰ ਮੁਕਤੀ ਮਿਲ ਜਾਵੇਗੀ। ਅਸ ਕਹਿ ਲੋਕ ਸੰਤਾਨਕ ਗਇਓ। ਇਸ ਤਰ੍ਹਾਂ ਭਾਈ ਕਹੇ ਕਿ ਲੋਕ ਸੰਤਾਨਕ ਗਇਓ, ਭਾਵ ਫਿਰ ਉਹ ਜਿਹੜਾ ਹੈ ਬੈਕੁੰਠ ਧਾਮ ਕਹਿ ਲੋ, ਸੰਤਾਨਕ ਸੰਤ ਲੋਕ ਨੂੰ ਚਲਿਆ ਗਿਆ। ਦੁਨੀ ਚੰਦ ਸੁਨ ਅਚਰਜ ਭਇਓ। ਤੇ ਦੁਨੀ ਚੰਦ ਸੁਣ ਕੇ ਬਹੁਤ ਹੈਰਾਨ ਜੇ ਹੋਇਆ ਹੈ। ਤੇ ਸਦਨ ਬਿਖੈ ਚੱਲ ਆਵਾ। ਇੱਥੇ ਵੀ ਲਿਖੇ ਮਹਾਰਾਜ ਨੇ ਆਪਣਾ ਸ਼ੀਤ ਪ੍ਰਸ਼ਾਦ ਦਿੱਤਾ ਸੀ, ਜਿਹਨੂੰ ਛਕ ਕੇ ਫਿਰ ਉਹ ਦੁਨੀ ਚੰਦ ਦੇ ਪਿਤਾ ਦੀ ਜਿਹੜੀ ਹੈ ਮੁਕਤੀ ਹੋ ਗਈ ਸੀ। ਉਹ ਇਹ ਗੱਲ ਦੇਖ ਕਰਕੇ ਫਿਰ ਦੁਨੀ ਚੰਦ ਤੇ ਸਦਨ ਵਿਖੇ ਚੱਲ ਆਵਾ। ਉੱਥੋਂ ਫਿਰ ਆਪਣੇ ਘਰ ਨੂੰ ਆ ਗਿਆ ਚੱਲ ਕੇ। ਸ੍ਰੀ ਨਾਨਕ ਬੈਸੇ ਜੇ ਥਾਵਾ। ਜਿਸ ਭਾਈ ਕਮਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਸਨ, ਘਰ ਬੰਦਨ ਉਸਤਤ ਬਹੁ ਭਾਖੀ। ਨਮਸਕਾਰ ਕੀਤੀ ਬਹੁਤ ਮਹਾਰਾਜ ਦੀ, ਉਸਤਤੀ ਕਹੀ। ਅਤ ਸ਼ਰਧਾ ਮੈਂ ਭਾ ਅਬਲਾਖੀ। ਤੇ ਬਹੁਤ ਹੀ ਸ਼ਰਧਾ ਦੇ ਵਿੱਚ ਆ ਗਿਆ। ਇਸ ਤਰ੍ਹਾਂ ਮਨ ਵਿੱਚ ਇੱਛਾ ਅਭਿਲਾਸ਼ਾ ਹੋਈ। ਕਹੀਏ ਹੇ ਸ੍ਰੀ ਸਤਿਗੁਰ ਸੁਆਮੀ। ਕਹਿਣ ਲੱਗਿਆ, ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਾਲਕ ਸਤਿਗੁਰੂ ਦੱਸੋ। ਦੀਨ ਬੰਧ ਪ੍ਰਭ ਅੰਤਰ ਜਾਮੀ। ਹੇ ਦੀਨਾ ਬੰਧੂ ਪਰਮੇਸ਼ਰ ਅੰਤਰਜਾਮੀ ਸਤਿਗੁਰੂ। ਪਹੁੰਚਿਓ ਪਿਤ ਕੋ ਖਿਆਹਾ ਨ ਕੈਸੇ। ਮੈਂ ਜਿਹੜਾ ਸ਼ਰਾਧ ਕੀਤਾ ਸੀ, ਇਹ ਮੇਰੇ ਪਿਤਾ ਨੂੰ ਕਿਉਂ ਨਹੀਂ ਪਹੁੰਚਿਆ। ਭੇਦ ਬਤਾਵੋ ਸੁਆਮੀ ਜੈਸੇ। ਹੇ ਮਾਲਕ ਸਤਿਗੁਰੂ ਜੀ, ਇਸ ਗੱਲ ਦਾ ਮੈਨੂੰ ਭੇਦ ਦੱਸੋ। ਸ੍ਰੀ ਗੁਰ ਕਹਿਓ ਦੁਨੀ ਚੰਦ ਭਾਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੇ ਭਾਈ ਦੁਨੀ ਚੰਦ, ਜਾਣ ਲਿਹੋ ਆਪਣੇ ਮਨ ਮਾਹੀ। ਆਪਣੇ ਮਨ ਵਿੱਚ ਤੂੰ ਜਾਣ ਲੈ, ਸਤ ਕਿਰਤ ਕਰਦੇ ਹੈ ਜੋ ਦਾਨ। ਜਿਹੜਾ ਭਾਈ ਸੱਚੀ ਕਿਰਤ ਕਰਕੇ ਉਹਦੇ ਵਿੱਚੋਂ ਦਾਨ ਦਿੰਦਾ ਹੈ, ਪ੍ਰਾਪਤ ਤੇ ਫਲ ਮਹਿਦ ਮਹਾਨ। ਉਸ ਨੂੰ ਭਾਈ ਬਹੁਤ ਹੀ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ। ਔ ਕਲ ਮਲ ਕਰ ਧਨ ਸੰਚਰੈ। ਤੇ ਦੂਜਾ ਜਿਹੜਾ ਪਾਪ ਕਰਕੇ ਕੋਈ ਧਨ ਇਕੱਠਾ ਕਰਦਾ ਹੈ, ਦੇਹੈ ਦਾਨ ਸੁਖ ਪਿਤਰਨ ਹਰੈ। ਤੇ ਇਉਂ ਜੇ ਉਹਦੇ ਵਿੱਚੋਂ ਦਾਨ ਦਿੰਦਾ, ਇਹ ਸੋਚ ਕੇ ਕਿ ਮੇਰੇ ਸੁਖੀ ਹੋ ਜਾਵਾਂਗੇ, ਤਾਂ ਪਿਤਰਾਂ ਦੇ ਸੁੱਖ ਨੂੰ ਵੀ ਨਾਸ਼ ਕਰ ਲੈਂਦਾ ਹੈ। ਸਪਤ ਲਾਖ ਸੰਚੋ ਤਹਿ ਦਰਬਾ। ਆ ਦੇਖ ਤੂੰ ਕਿੰਨਾ ਧਨ ਇਕੱਠਾ ਕੀਤਾ, 7 ਲੱਖ ਰੁਪਈਆ ਤੂੰ ਇਕੱਠਾ ਕਰੀ ਬੈਠਾ ਹੈ। ਉਹਨਾਂ ਸਮਿਆਂ ਵਿੱਚ ਗੁਰਮੁਖੋ ਸੈਂਕੜਿਆਂ 'ਚ ਹੀ ਕਿਸੇ ਕੋਲੇ ਵੱਧ ਤੋਂ ਵੱਧ ਮਾਇਆ ਹੁੰਦੀ, ਤੇ ਜੇ ਲੱਖਾਂ 'ਚ ਹੋ ਜਾਂਦੇ ਉਹ ਫਿਰ ਝੰਡਾ ਲਾ ਦਿੰਦਾ ਹੁੰਦਾ ਸੀ। ਹੁਣ ਤਾਂ ਗੁਪਤ ਰੱਖਣੀ ਹੁੰਦੀ ਹੈ। ਉਹਨਾਂ ਸਮਿਆਂ ਵਿੱਚ ਜਿਹੜਾ ਸੀ ਉਹਨੂੰ ਗੰਜ ਕਹਿ ਦਿੰਦੇ ਸੀ। ਜਾਂ ਤੇ ਇਹਦੇ ਕੋਲੇ 7 ਲੱਖ ਰੁਪਈਆ, 7 ਝੰਡੇ ਦੇ ਮਹਿਲ ਦੇ ਉੱਤੇ ਝੂਲਦੇ ਸੀ। ਇਹਨੇ 7 ਲੱਖ ਸੰਚੋ ਤਹਿ ਦਰਬਾ। ਮਹਾਰਾਜ ਕਹਿੰਦੇ ਤੈ ਇਕੱਠਾ ਕੀਤਾ, ਕਾਲ ਮਲ ਕਰ ਮੇਲਿਓ ਤੈ ਸਰਬਾ। ਦੁਨੀ ਚੰਦਾ ਵੀ ਇੰਨੀ ਮਾਇਆ ਜਿਹੜੀ ਹੈ, ਇਹ ਤੈਂ ਪਾਪ ਕਰਕੇ ਹੀ ਸਾਰੀ ਇਕੱਠੀ ਕੀਤੀ ਹੈ। ਧਨ ਕੋ ਸੰਚ ਕਰੈ ਬਹੁ ਕਾਲ ਮਲ। ਫਿਰ ਮਾਇਆ ਇਕੱਠੀ ਕਰਨ ਮੌਕੇ ਵੀ ਮਹਾਰਾਜ ਨੇ ਕਿਹਾ ਨਾ, ਪਾਪਾਂ ਬਾਝੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਬਹੁਤ ਜ਼ਿਆਦਾ ਇਕੱਠੀ ਕੀਤੀ ਹੈ। ਮਹਾਰਾਜ ਕਹਿੰਦੇ ਭਾਈ ਪਾਪਾਂ ਬਿਨਾਂ ਨਹੀਂ ਹੁੰਦੀ। ਫਿਰ ਇਹ ਵੀ ਹੈ, ਮਰਿਆਂ ਤੋਂ ਨਾਲ ਨਹੀਂ ਜਾਂਦੀ। ਪਹਿਲਾਂ ਤਾਂ ਪਾਪ ਕਰਕੇ ਇਕੱਠੀ ਕੀਤੀ, ਫਿਰ ਇਕੱਠੀ ਕਰਕੇ ਫਿਰ ਪਾਪ ਕਰਦਾ ਹੈ। ਪਾਪਾਂ ਦੀ ਕਮਾਈ ਇਕੱਠੀ ਕਰ ਲਈ, ਫਿਰ ਉਹ ਉਸ ਕਮਾਈ ਨਾਲ ਵੀ ਪਾਪ ਕਰਦਾ ਹੈ। ਵਿਸ਼ੇ ਕਮਾ ਲਏ, ਵਿਕਾਰ ਕਮਾ ਲਏ ਉਸ ਮਾਇਆ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਧਨ ਕੋ ਸੰਚ ਕਰੈ ਬਹੁ ਕਾਲ ਮਲ। ਫਿਰ ਬਹੁਤ ਪਾਪ ਕਰਦਾ ਹੈ। ਬੋਲੈ ਕੂੜ ਕਰਤ ਹੈ ਬਲ ਛਲ। ਝੂਠ ਬੋਲਦਾ ਹੈ ਤੇ ਬਲ ਛਲ ਕਰਦਾ ਸਭ ਨਾਲ। ਆਗੇ ਸੰਗ ਨਾ ਹੋਤ ਸਹਾਈ।
ਯਾਦ ਰੱਖੀ ਅੱਗੇ ਨਾਲ ਨਹੀਂ ਜਾਂਦੀ, ਸਹਾਇਤਾ ਨਹੀਂ ਕਰਦੀ ਇਹ। ਸੰਚਤ ਸੰਚਤ ਔਧ ਵਿਹਾਈ, ਸਗੋਂ ਇਕੱਠੀ ਕਰਦਿਆਂ ਉਮਰ ਬੀਤ ਜਾਂਦੀ ਹੈ। ਧਰਿਓ ਰਹਿ ਤਨ ਮ੍ਰਿਤ ਸੁਆਈ, ਜਦੋਂ ਮੌਤ ਆ ਜਾਂਦੀ ਆ ਤਨ ਇੱਥੇ ਪਿਆ ਰਹਿ ਜਾਂਦਾ ਹੈ। ਕਰਤ ਪਾਪ ਸੋ ਜੀਵ ਪੁੰਚਾਈ, ਜਿਹੜੇ ਪਾਪ ਕੀਤੇ ਉਹ ਫਿਰ ਜੀਵ ਜਿਹੜਾ ਹੈ ਸੂਖਮ ਸਰੀਰ ਜੀਵ ਉਹ ਪਹੁੰਚਦਾ, ਉਹ ਪਾਪ ਭੋਗਦਾ ਹੈ। ਸਰਿਓ ਦਰਬ ਤੇ ਕੌਨੈ ਕੰਮ, ਦੇਖ ਪਾਪ ਕਰਕੇ ਇਕੱਠੀ ਕਰ ਲਈ ਫਿਰ ਵੀ ਪਾਪ ਹੀ ਕੀਤੇ, ਕੋਈ ਸੱਤ ਦੀ ਕਮਾਈ ਸ਼ੁਭ ਪਾਸੇ ਤਾਂ ਲਾਈ ਨਾ। ਤੇਰੇ ਇਸ ਮਾਇਆ ਨਾਲ ਦੱਸ ਭਾਈ ਤੇਰਾ ਕੀ ਕੰਮ ਸਰਿਆ। ਬਿਨਾ ਪੁੰਨ ਤੇ ਦੁੱਖ ਕੋ ਧੰਮ, ਕੋਈ ਦਸਵੰਧ ਸਤਿਗੁਰਾਂ ਦੇ ਅੱਗੇ ਦਿੱਤਾ ਨਹੀਂ। ਪੁੰਨ ਕਰਮ ਤੋਂ ਬਿਨਾ ਫਿਰ ਅੱਗੇ ਦੁੱਖਾਂ ਦਾ ਹੀ ਘਰ ਮਿਲਦਾ, ਦੁੱਖਾਂ ਦਾ ਹੀ ਧਾਮ ਮਿਲਦਾ ਹੈ। ਦੁਨੀ ਚੰਦ ਸੁਣ ਗਿਰਾ ਉਚਾਰੀ, ਦੁਨੀ ਚੰਦ ਸੁਣ ਕੇ ਬੇਨਤੀ ਕਰਦਾ ਹੈ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਮਹਾਰਾਜ ਫਿਰ ਇਹ ਦੱਸੋ ਕਿ ਅੱਗੇ ਇਹ ਨਾਲ ਕਿਵੇਂ ਜਾਵੇ। ਸੋ ਕਰਨਾ ਕਰ ਮੁਝਹਿ ਬਤਾਵੋ, ਇਹ ਕਿਰਪਾ ਕਰਕੇ ਮਹਾਰਾਜ ਮੈਨੂੰ ਦੱਸੋ। ਦੀਨ ਜਾਨ ਉਪਦੇਸ਼ ਦ੍ਰਿੜਾਵੋ, ਮੈਨੂੰ ਨਿਮਾਣਾ ਗਰੀਬ ਜਾਣ ਕੇ ਸਤਿਗੁਰੂ ਜੀ ਉਪਦੇਸ਼ ਦ੍ਰਿੜ ਕਰਵਾਓ। ਗੁਰੂ ਭਨੈ ਸੁਨੀਏ ਦੇ ਚੀਤਾ, ਮਹਾਰਾਜ ਕਹਿਣ ਲੱਗੇ ਦੁਨੀ ਚੰਦਾ ਮਨ ਕਰਕੇ ਸੁਣ, ਇਸ ਪ੍ਰਾਣੀ ਕੇ ਤੀਨੋਂ ਮੀਤਾ। ਇਹ ਜਿਹੜਾ ਪ੍ਰਾਣੀ ਹੈ ਦੁਨੀ ਚੰਦਾ ਇਹਦੇ ਤਿੰਨ ਮਿੱਤਰ ਹਨ। ਦਰਬ ਪਰਿਵਾਰ ਕਰਮ ਲਖ ਲੀਜੈ, ਇੱਕ ਮਿੱਤਰ ਹੈ ਮਾਇਆ, ਦੂਜਾ ਮਿੱਤਰ ਹੈ ਪਰਿਵਾਰ ਤੇ ਤੀਜਾ ਮਿੱਤਰ ਇਹਦੇ ਕਰਮ ਹਨ, ਇਹ ਜਾਣ ਲੈ। ਜਸ ਸੰਗੀ ਤਸ ਦਸ਼ਾ ਸੁਨੀਜੈ, ਤੇ ਇਸ ਤਰ੍ਹਾਂ ਜਸ ਸੰਗੀ ਤਸ, ਜਿਹੜਾ ਫਿਰ ਸੰਗੀ ਬਣਦਾ ਜਿਸ ਤਰ੍ਹਾਂ ਦਾ ਜਿੰਨਾ ਜਿੱਥੇ ਤੱਕ ਉਸ ਦੀ ਤੂੰ ਦਸ਼ਾ ਉਹਦੀ ਹਾਲਤ ਨੂੰ ਸੁਣ ਲੈ। ਜਬ ਲੋ ਪ੍ਰਾਨ ਰਹਿ ਤਨ ਮਾਹੀ, ਜਿਹੜਾ ਪਹਿਲਾ ਮਿੱਤਰ ਹੈ ਧਨ, ਜਦੋਂ ਤੱਕ ਇਸ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਹਨ। ਤਬ ਲੋ ਧਨ ਮਿੱਤ ਬਹੁਰੋ ਨਾਹੀ, ਉਦੋਂ ਤੱਕ ਇਹ ਜਿਹੜਾ ਧਨ ਹੈ ਇਹ ਮਿੱਤਰ ਹੈ। ਜਦੋਂ ਤੱਕ ਪ੍ਰਾਣ ਚੱਲਦੇ ਆ, ਰੋਗ ਹੋ ਗਿਆ ਦਵਾਈ ਲੈ ਲੂ, ਸਰੀਰ ਵਾਸਤੇ ਵਰਤ ਲੂ, ਹੋਰ ਸੁੱਖ। ਜਦੋਂ ਮਹਾਰਾਜ ਕਹਿੰਦੇ ਪ੍ਰਾਣ ਨੇ ਉਦੋਂ ਤੱਕ ਧਨ ਮਿੱਤਰ ਹੈ, ਬਹੁਰੋ ਨਾਹੀ। ਬਾਚ ਤਾਂ ਨਹੀਂ ਹੈ, ਬਾਚ ਤਾਂ ਚਾਹੇ ਕਰੋੜਾਂ ਅਰਬਾਂ ਖਰਬਾਂ ਪਿਆ ਹੋਵੇ, ਕੋਈ ਸਹਾਇਤਾ ਨਹੀਂ ਕਰਦਾ। ਲੇਤ ਸੰਭਾਰ ਅਪਰ ਹੀ ਜਾਕੋ, ਫਿਰ ਤਾਂ ਉਦੋਂ ਬਾਅਦ ਤਾਂ ਹੋਰ ਹੀ ਨੇ ਮਹਾਰਾਜ ਕਹਿੰਦੇ ਜਿਹੜੇ ਉਹ ਸੰਭਾਲ ਲੈਂਦੇ ਨੇ, ਤੇ ਹੋਰ ਨੇ ਜਿਹੜੇ ਅੱਗੇ ਉਹਨਾਂ ਕੋਲ ਚਲਿਆ ਜਾਂਦਾ ਹੈ। ਕਲ ਮਲ ਅਨਕ ਕੀਏ ਹਿਤ ਜਾਕੋ, ਤੇ ਜਿਹੜੇ ਧਨ ਵਾਸਤੇ ਬਹੁਤ ਜ਼ਿਆਦੇ ਪਾਪ ਕੀਤੇ ਨੂੰ ਇਕੱਠਾ ਕਰਨ ਲਈ। ਤਨ ਕੇ ਦਾਹਾ ਤੀਕ ਪਰਵਾਰਾ, ਇਉਂ ਹੈ ਪ੍ਰਾਣਾ ਤੱਕ ਧਨ ਮਿੱਤਰ ਹੈ, ਤੇ ਉਸ ਤੋਂ ਬਾਅਦ ਮਿੱਤਰ ਪਰਿਵਾਰ। ਦੂਜਾ ਮਿੱਤਰ ਪਰਿਵਾਰ ਹੈ, ਉਹ ਮਹਾਰਾਜ ਕਹਿੰਦੇ ਥੋੜਾ ਜਿਹਾ ਹੋਰ ਅੱਗੇ ਹੋ ਜਾਂਦੇ। ਤਨ ਕੇ ਦਾਹ ਤੀਕ, ਜਿੰਨਾ ਟਾਈਮ ਸਰੀਰ ਦਾ ਸੰਸਕਾਰ ਨਹੀਂ ਹੁੰਦਾ ਤੇ ਉਹਨਾਂ ਟਾਈਮ ਤੱਕ ਇਹ ਪਰਿਵਾਰ ਤੇਰਾ ਮਿੱਤਰ। ਪੁੰਨ ਤੇ ਤਿਆਗ ਆਹੇ ਆਗਾਰਾ, ਫੇਰ ਕਹਿੰਦੇ ਉਹ ਵੀ ਤਿਆਗ ਕੇ ਅੱਗੇ ਆ ਜਾਂਦੇ ਨੇ, ਉਹ ਵੀ ਤਿਆਗ ਦਿੰਦੇ ਆ ਕਿ ਬਸ ਬਈ ਤੇਰੇ ਨਾਲ ਇੰਨੀ ਹੋਈ ਸਾਂਝ ਸੀ ਤੇ ਲੈ ਹੁਣ ਤੂੰ ਚੱਲ, ਆਪੋ ਜਿੱਧਰੋਂ ਆਇਆ ਸੀ ਉਧਰ ਚਲਿਆ ਜਾ। ਬਹੁਤ ਕੁਛ ਕਰਦੇ ਆ, ਅਜੇ ਭਾਈ ਨਹੀਂ ਇਹਨਾਂ ਕੋ ਕਰਦੇ। ਇੱਥੇ ਦੇਖਿਆ ਮਾਈਆਂ ਟੂਟੀਆਂ ਤੋਂ ਹਿਲਦੀਆਂ ਹੀ ਨਹੀਂ ਹੈ, ਕਿਤੇ ਆਹ ਲੜ ਧੋ ਲਿਆ, ਕਿਤੇ ਆਹ ਧੋ ਲਿਆ, ਕਿਤੇ ਕੁੱਲੀ ਕਰ ਲਈ ਵੀ ਅੰਦਰ ਤਾਂ ਨਹੀਂ ਵੜ ਗਿਆ ਹੋ, ਜਾਂ ਪੱਲਿਆਂ ਨਾਲ ਬੰਨਿਆ ਗਿਆ, ਪਖੰਡ ਕਰਦੇ ਹੋ। ਠੀਕ ਹੈ, ਗੁਰੂ ਘਰ ਵਿੱਚ ਆਉਣਾ ਹੈ, ਹੱਥ ਪੈਰ ਧੋ ਕੇ ਆ ਜਾਓ, ਉਹ ਮਰਜ਼ਾਦਾ ਹੈ ਗੁਰੂ ਘਰ ਚ ਆਉਣ ਦੀ। ਪਰ ਉਹ ਜਿਉਂ ਲੱਗਣਾ ਹੋਈ ਉੱਤੇ ਛੱਟੇ ਮਾਰ, ਹੋਰ ਲਾਹ ਦਿਓ ਨਾਲ ਨਾ ਚੁੰਬੜਿਆ ਰਹਿ ਜੇ। ਕੀ ਗੱਲਾਂ ਇਹ ਪਖੰਡਵਾਦ ਕਿੰਨਾ ਫੈਲਿਆ ਹੋਇਆ। ਤੇ ਹੈਰਾਨੀ ਦੀ ਗੱਲ ਹੈ, ਕਿੰਨਾ ਮਰਜ਼ੀ ਕੁਛ ਕਹੀ ਚਲੋ, ਕਈਆਂ ਦਾ ਕੋਈ ਮਤਲਬ ਨਹੀਂ, ਤੇ ਉਹਨਾਂ ਨੂੰ ਹੱਥ ਲਾ ਕੇ ਦੇਖੋ ਕਹਿਣਗੇ ਸਿੱਖੀ ਦਾ ਠੇਕਾ ਸਾਡਾ ਲਿਆ ਹੋਇਆ, ਜਿੰਨਾ ਗਿਆਨ ਸਾਨੂੰ ਇਹਨਾਂ ਕਿਸੇ ਨੂੰ ਨਹੀਂ। ਪਰ ਪਖੰਡ ਨਹੀਂ ਛੱਡਣੇ, ਇਹ ਭਰਮ ਹੈ ਗੁਰਮੁਖੋ।
ਐਵੇਂ ਆਹ ਉਹ ਠੀਕ ਹੈ, ਹੱਥ ਪੈਰ ਧੋਣੇ ਇਹ ਤਾਂ ਜਦੋਂ ਵੀ ਆਪਾਂ ਮਹਾਰਾਜ ਦੇ ਦਰਬਾਰ ਵਿੱਚ ਆਉਣਾ ਉਹ ਆਪਾਂ ਨੂੰ ਧੋਣੇ ਚਾਹੀਦੇ ਆ। ਜੇਕਰ ਇਹ ਭਰਮ ਕਰਨੇ, ਚੁੰਨੀਆਂ ਦੇ ਪੱਲੇ ਜੇ ਧੋ ਲਏ, ਤੇ ਮੈਨੂੰ ਨਹੀਂ ਸੀ ਪਤਾ। ਮੈਂ ਤਾਂ ਇੱਕ ਦਿਨ ਇੱਥੇ ਮਾਈ ਨੂੰ ਪੁੱਛਿਆ ਵੀ ਇਹ ਕੀ ਕਰਦੀਆਂ, ਉਹ ਕਹਿੰਦੇ ਇਹ ਚਾਹੇ ਖਣੀ 3-4 ਧੋਂਦੀਆਂ ਇਹ। ਫਿਰ ਮੈਂ ਕਿਹਾ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਹੁੰਦਾ। ਮੈਂ ਤਾਂ ਇੱਕ ਦਿਨ ਧੋਂਦੀ ਦੇਖੀ ਹੈ ਮਾਈ, ਮੈਂ ਸ਼ਾਇਦ ਲਿਬੜ ਗਈ ਹੋ ਚੁੰਨੀ ਤਾਂ ਧੋਂਦੀ ਹੈ। ਉਹ ਫਿਰ ਇੱਕ ਮਾਈ ਕਹਿੰਦੀ ਨਾ ਤੈਨੂੰ ਕੀ ਪਤਾ, ਤੂੰ ਕਿੱਥੋਂ ਗਿਆਨੀ ਬਣਿਆ, ਇਹਨਾਂ ਨੂੰ ਪਤਾ ਗਿਆਨ ਇਹਨਾਂ ਨੂੰ ਇਹ ਨਾਲ ਲਿਆਉਂਦੀਆਂ ਨੇ। ਇਹ ਜੇ ਗੁਰਮੁਖੋ ਜਿਹੜੇ ਆ ਨਾ ਇਹ ਭਰਮ ਇਹ ਕੋਈ ਨਹੀਂ ਹੈ, ਇਹ ਐਵੇਂ ਵਹਿਮ ਕਰੀ ਜਾਣਾ। ਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਨਾਮ ਲੈਂਦੇ ਹੋ, ਗੁਰੂ ਕੇ ਸਿੱਖ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਬਾਣੀ ਪੜ੍ਹਦੇ ਹੋ, ਫਿਰ ਵੀ ਭਰਮਾਂ ਚੋਂ ਫਿਰ ਹੈਰਾਨੀ ਹੁੰਦੀ ਹੈ। ਫਿਰ ਤਾਂ ਇਹੀ ਕਹਿ ਸਕਦੇ ਨੇ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁਸੁੱਧੇ ਜਾਹੀ। ਇਹ ਮੱਥੇ ਟੇਕਣ ਦਾ ਕਿਆ ਫਾਇਦਾ ਜੇ ਹਿਰਦੇ 'ਚ ਗਿਆਨ ਨਹੀਂ ਹੈ, ਹਿਰਦਾ ਹੀ ਕੁਸ਼ੁੱਧ ਹੈ। ਤੋ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਭਰਮ ਨਹੀਂ ਕਰਨੇ। ਜਿੰਨਾ ਟਾਈਮ ਪਰਿਵਾਰ ਜਿਹੜਾ ਹੈ ਉਹ ਜਿੰਨਾ ਟਾਈਮ ਸੰਸਕਾਰ ਨਹੀਂ ਹੁੰਦਾ ਉਨਾ ਟਾਈਮ ਤੱਕ ਤੇਰਾ ਮਿੱਤਰ ਹੈ। ਜਦੋਂ ਸੰਸਕਾਰ ਕਰਤਾ ਪੁੰਨ ਤੇ ਤਿਆਗ ਆਹੇ ਆਗਾਰਾ, ਉਹ ਵੀ ਛੱਡ ਕੇ ਅੱਗੇ ਆ ਜਾਂਦੇ ਨੇ। ਆਗੇ ਕੋਏ ਨ ਸੰਗ ਸਹਾਈ, ਅੱਗੇ ਤਾਂ ਕੋਈ ਸੰਗੀ ਸਾਥੀ ਨਹੀਂ ਬਣਦਾ, ਪਰਿਵਾਰ ਦਾ ਰਿਸ਼ਤੇਦਾਰ ਕੋਈ ਨਾਲ ਨਹੀਂ ਜਾਂਦਾ ਹੈ। ਉਹ ਬਾਅਦ ਚ ਕਿੰਨਾ ਕੋ ਮਰਜ਼ੀ ਕਰੀ ਜਾਣ। ਜਾਂ ਕਈ ਵਾਰ ਦੇਖਦੇ ਹੁੰਦੇ ਆ ਕਈ ਜਿਹੜੇ ਜਮਾ ਪਤਾ ਲੈਣ ਨਹੀਂ ਨਾ ਆਏ ਹੁੰਦੇ, ਉਹ ਫਿਰ ਭੋਗ ਵਾਲੇ ਦਿਨ ਦੇਖਣ ਵਾਲੇ ਹੁੰਦੀਆਂ ਕਈ ਮਾਈਆਂ। ਫਿਰ ਉਹ ਆਏ ਜਾਂ ਸਰਕਾਰ ਵਾਲੇ ਦਿਨ ਤਾਂ ਕਹਿਣਗੇ ਮੈਂ ਤਾਂ ਨਹੀਂ ਹੁਣ ਪਿੱਛੇੜਨਾ, ਮੈਂ ਤਾਂ ਨਾਲ ਮੱਚੂ। ਤੇ ਉਹ ਪਤਾ ਨਹੀਂ ਲਿਆ ਹੁੰਦਾ ਸਾਰੀ ਜ਼ਿੰਦਗੀ ਵੀ ਕੀ ਤੂੰ ਚੰਗਾ ਵਸਿਆ ਮਾੜਾ ਵਸਿਆ ਤੇਰੇ ਹਾਲਤ ਸੀ। ਫਿਰ ਉਹ ਦੁਨੀਆ ਨੂੰ ਪਖੰਡ ਕਰ ਦਿਖਾਉਂਦੇ ਆ ਕਿ ਮੇਰਾ ਤਾਂ ਤਿਉ ਹੀ ਵਾਲਾ ਸੀ, ਇਹਦੇ ਨਾਲ ਮੈਂ ਤਾਂ ਬਚਦਾ ਨਹੀਂ। ਹੁਣ ਰੋਣੋਂ ਨਹੀਂ ਹਟਦੇ, ਰੋਕ ਰੱਖੀਦੇ ਆ ਕਿ ਗੁਰਦੁਆਰਾ ਸਾਹਿਬ ਵੀ ਆ ਕੇ ਜਿਉਣ ਲੱਗਦੇ ਆ ਭਾਈ ਮਹਾਰਾਜ ਦੇ। ਜਿਹੜਾ ਘਰੇ ਰੋ ਪਿੱਟਣਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਪ੍ਰੇਮ ਨਾਲ ਬੈਠ ਕੇ, ਠੀਕ ਹੈ। ਜਿਨ੍ਹਾਂ ਨੂੰ ਬਰਾਗ ਹੁੰਦਾ ਉਹ ਦੂਰੋਂ ਹੀ ਦੀਂਦੇ ਹੁੰਦੇ ਆ ਕਿ ਇਹਨਾਂ ਦੇ ਅੰਦਰ ਹੈਗਾ। ਜਿਨ੍ਹਾਂ ਨੂੰ ਦੁੱਖ ਜਿਸ ਤਨ ਲਾਗੀ ਸੋਈ ਜਾਣੈ, ਅਵਰ ਕੇ ਜਾਣੈ ਪੀਰ ਪਰਾਈ, ਜਿਹਨੂੰ ਲੱਗੀਆਂ ਉਹ ਜਾਣਦੇ ਆ। ਦੂਜਾ ਤਾਂ ਗੁਰੂ ਮਹਾਰਾਜ ਕਿਰਪਾ ਕਰੇ। ਗੁਰੂ ਸਾਹਿਬ ਕਹਿੰਦੇ ਅੱਗੇ ਕੋਈ ਨਹੀਂ ਜਾਂਦਾ, ਅੱਗੇ ਕੋਈ ਨਾ ਸੰਗ ਸਹਾਈ, ਕੋਈ ਨਹੀਂ ਜਾਂਦਾ ਹੈ। ਜਿਨ ਸੋ ਹਿਤ ਕਰ ਔਦ ਬਿਹਾਈ, ਜਿਨ੍ਹਾਂ ਨਾਲ ਪ੍ਰੇਮ ਕਰਦੇ ਉਮਰ ਬਤੀਤ ਕਰਤੀ। ਤੀਜੇ ਕਰਮ ਮੀਤ ਇਸ ਕੇਰੇ, ਦੁਨੀ ਚੰਦਾ ਤੀਜੇ ਇਸ ਪ੍ਰਾਣੀ ਦੇ ਮਿੱਤਰ ਹਨ ਕਰਮ। ਸੇ ਨਿਤ ਸੰਗੀ ਜਾਹੇ ਅਗੇਰੇ, ਉਹ ਹਮੇਸ਼ਾ ਨਾਲ ਜਾਂਦੇ ਨੇ ਅੱਗੇ ਸੰਗ ਹੋ ਕੇ, ਚਾਹੇ ਚੰਗੇ ਚਾਹੇ ਮਾੜੇ ਨੇ। ਪੂਰੇ ਕੇ ਭਲੇ ਕਰੇ ਹੈ ਜੈਸੇ, ਹੁਣ ਜਿਵੇਂ ਪਹਿਲਾਂ ਪੂਰਬ ਭਲੇ ਕਰੇ ਹੈ, ਪੂਰੇ ਕੇ ਦੀ ਜਗ੍ਹਾ ਜਿਹੋ ਜੇ ਪਹਿਲਾਂ ਜੇ ਤਾਂ ਭਲੇ ਕਰੇ ਹਨ। ਹੁਣ ਦੇਖੋ ਗੁਰਮੁਖੋ ਭਲੇ ਕਰਮ ਉਹ ਭਲੇ ਪਾਸੇ ਲੈ ਜਾਣਗੇ, ਮਾੜੇ ਕਰਮ ਮਾੜੇ ਪਾਸੇ ਲੈ ਜਾਣਗੇ। ਜਿਹੜੇ ਜਿਸ ਤਰ੍ਹਾਂ ਦੇ ਕੀਤੇ ਹਨ ਫਲ ਦੇਵੈ ਤਟ ਹਟੈ ਨ ਕੈਸੇ, ਫਲ ਦੇਵੈ ਤਸ ਹਟੈ ਨ ਕੈਸੇ। ਉਹ ਫਿਰ ਅੰਤ ਤੱਕ ਪ੍ਰਲੋਕ ਤੱਕ ਫਲ ਦਿੰਦੇ ਨੇ, ਕਿਸੇ ਤਰ੍ਹਾਂ ਵੀ ਹਟਦੇ ਨਹੀਂ ਹਨ। ਇਸ ਬਿਧ ਹਿਰਦੈ ਵਿਚਾਰ ਕਰੀ ਜੈ, ਇਸ ਤਰ੍ਹਾਂ ਦੁਨੀ ਚੰਦਾ ਹਿਰਦੇ ਵਿੱਚ ਵਿਚਾਰ ਕਰ ਲੈ। ਦਰਬ ਭਲੇ ਕਰ ਮਨ ਮਹਿ ਦੀਜੈ, ਇਹ ਜਿਹੜੀ ਮਾਇਆ ਹੈ ਨਾ ਧਨ ਇਕੱਠਾ ਕੀਤਾ, ਇਹਨੂੰ ਭਲੇ ਸ਼ੁਭ ਕਰਮਾਂ ਵਿੱਚ ਲਾ ਦੇ, ਚੰਗੇ ਕੰਮਾਂ ਵਿੱਚ ਲਾ ਦੇ। ਆਗੇ ਹੋਵੈ ਤੋਹਿ ਸਹਾਈ, ਤਾਂ ਅੱਗੇ ਤੇਰਾ ਇਹ ਸਹਾਇਕ ਹੋਵੇਗਾ। ਸਤ ਨਾਮ ਜਪੀਐ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਸਤਨਾਮ ਵਾਹਿਗੁਰੂ ਜਪਣਾ ਚਾਹੀਦਾ ਹੈ। ਸਤ ਸੰਗਤ ਕੋ ਕਰੋ ਮਿਲਾਪਾ, ਦੁਨੀ ਚੰਦਾ ਭਾਈ ਸਤਸੰਗ ਵਿੱਚ ਜਾਣਾ ਕਰਿਆ ਕਰ। ਤਜੀਏ ਅਪਰ ਵਿਕਾਰ ਕਲਾਪਾ, ਤੇ ਫਿਰ ਜਿੰਨੇ ਵੀ ਹੋਰ ਸਾਰੇ ਵਿਕਾਰ ਹਨ, ਕਲਾਪਾ ਕਹੀਏ ਕਲਪਨਾ ਨੇ, ਇਹ ਤੂੰ ਛੱਡ ਦੇ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ, ਇਸ ਤਰ੍ਹਾਂ ਸਤਿਗੁਰਾਂ ਦੀ ਬਾਣੀ ਬਚਨ ਸੁਣ ਕੇ
ਦੁਨੀ ਚੰਦ ਮਨ ਮਹਿ ਭਲ ਮਾਨੀ। ਦੁਨੀ ਚੰਦ ਨੇ ਮਨ ਵਿੱਚ ਚੰਗੀ ਭਲੀ ਸ਼ੁਭ ਮੰਨੀ ਹੈ। ਅਦਕ ਦਰਬ ਇਕੱਠੋ ਥੇ ਜੇਤੂ। ਜਿਹੜਾ ਬਹੁਤ ਧਨ ਉਸਨੇ ਇਕੱਠਾ ਕੀਤਾ ਹੋਇਆ ਸੀ। ਸੰਤਨ ਹਿਤ ਖਰਚੋ ਸਭ ਤੇਤੂ। ਲੰਗਰ ਵਗੈਰਾ ਲਾ ਤੇ ਸੰਤ ਪੁਰਸ਼ਾਂ ਗੁਰਮੁਖਾਂ ਦੇ ਵਾਸਤੇ ਹੋਰ ਲੋਕਾਂ ਭਲੇ ਵਾਸਤੇ ਖਰਚ ਕਰ ਦਿੱਤਾ। ਸਾਧੂ ਸੰਤਾਂ ਗੁਰਮੁਖਾਂ ਧਰਮ ਕਰਮ ਵਿੱਚ ਲਾਤਾ ਸਾਰਾ। ਅਨਕ ਪ੍ਰਕਾਰ ਕਰਾਏ ਆਹਾਰਾ। ਅਨੇਕਾਂ ਤਰ੍ਹਾਂ ਦੇ ਭੋਜਨ ਵਗੈਰਾ ਕਰਾਉਂਦਾ ਹੈ। ਸੰਤਨ ਕਰਿਓ ਪ੍ਰਸੰਨ ਜਿਵਾਰਾ। ਗੁਰਮੁਖਾਂ ਸੰਤਾਂ ਰੱਬ ਦੇ ਪਿਆਰਿਆਂ ਨੂੰ ਭਾਈ ਇਸ ਤਰ੍ਹਾਂ ਉਸਨੇ ਬਹੁਤ ਜਵਾਰਾ ਭੋਜਨ ਵਗੈਰਾ ਛਕਾ ਕੇ ਖੁਸ਼ ਕੀਤਾ ਹੈ। ਬਹੁਤੇ ਬਸਨ ਸਿਵਾਏ ਪਨਾਏ। ਬਹੁਤ ਬਸਤਰ ਵਗੈਰਾ ਸਵਾ ਕੇ ਪਹਿਨਾਏ ਹਨ। ਧਰਮਸਾਲ ਰਚ ਸਮਾਂ ਬਿਤਾਏ। ਇੱਕ ਸੋਹਣੀ ਧਰਮਸਾਲ ਮਹਾਰਾਜ ਨੇ ਕਿਹਾ ਬਣਾ ਦਿਓ। ਬਣਾ ਕਰਕੇ ਸਮਾਂ ਬਤੀਤ ਕਰਦਾ ਹੈ। ਸਿਮਰਹਿ ਵਾਹਿਗੁਰੂ ਸਤਨਾਮ। ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦਾ ਹੈ। ਤਜੇ ਬੇਅਰਥ ਕੁਮਾਰਗ ਕੰਮ। ਜਿਹੜੇ ਬੇਅਰਥ ਦੇ ਰਸਤੇ ਖੋਟੇ ਰਸਤੇ ਹਨ, ਨੇਫਲ ਸਾਰੇ ਹੋਰ ਕੰਮ ਬੇਅਰਥ ਦੇ ਉਹ ਭਾਈ ਛੱਡ ਦਿੱਤੇ। ਭਾ ਨਿਹਾਲ ਤਤਕਾਲ ਵਿਸਾਲਾ। ਤੁਰੰਤ ਹੀ ਬਹੁਤਾ ਨਿਹਾਲ ਹੋ ਗਿਆ। ਧਰ ਉਪਦੇਸ਼ ਜੋ ਬਿਓ ਦਿਆਲਾ। ਇਉਂ ਭਾਈ ਹਿਰਦੇ ਵਿੱਚ ਜੋ ਸਤਿਗੁਰੂ ਦਿਆਲੂ ਨੇ ਉਪਦੇਸ਼ ਬੀਜ ਬੀਜਿਆ ਉਹਨੇ ਆਪਣੇ ਅੰਦਰ ਧਾਰਨ ਕਰ ਲਿਆ। ਤੇਹ ਤੇ ਚਲਤ ਭਏ ਗੁਰ ਪੂਰੇ। ਉਥੋਂ ਫਿਰ ਮਹਾਰਾਜ ਭਾਈ ਪੂਰੇ ਸਤਿਗੁਰੂ ਜੀ ਅੱਗੇ ਚੱਲ ਪਏ। ਜਿਸ ਕੇ ਸਿਮਰੇ ਸੰਕਟ ਦੂਰੇ। ਜਿਸ ਸਤਿਗੁਰੂ ਨੂੰ ਯਾਦ ਕੀਤਿਆਂ ਸਾਰੇ ਸੰਕਟ ਦੁੱਖ ਬੇਗਨ ਦੂਰ ਹੋ ਜਾਂਦੇ ਹਨ। ਪੁਰ ਇੱਕ ਦਿਸ਼ਾ ਗਏ ਜਿਸ ਬੇਰਾ। ਫਿਰ ਭਾਈ ਇੱਕ ਪਾਸੇ ਜਦੋਂ ਨਗਰ ਦੇ ਗਏ ਹਨ, ਤਾਹਾਂ ਕਸਾਬ ਪੁਰਾ ਸੋਹੇਰਾ। ਉੱਥੇ ਮਹਾਰਾਜ ਨੇ ਜਿਹੜਾ ਹੈ ਕਸਾਬਪੁਰਾ ਕਸਾਈਪੁਰਾ, ਜਿੱਥੇ ਕਸਾਈਆਂ ਦਾ ਹੀ ਸਾਰੀ ਨਗਰੀ ਸੀਗੀ, ਉਹ ਇਲਾਕਾ ਸੀ ਲਾਹੌਰ ਦੇ ਵਿੱਚ, ਉਹ ਵੇਖਿਆ। ਜਰ ਨਹਿ ਸਕੇ ਸਰਾਪ ਤਬ ਦੀਨੋ। ਪਾਪ ਹੁੰਦਾ ਵੇਖ ਕੇ ਮਹਾਰਾਜ ਜਰ ਨਹੀਂ ਸਕੇ, ਐਸੇ ਬਚਨ ਕਹਿ ਦਿੱਤੇ। ਸ੍ਰੀ ਮੁਖ ਤੇ ਅਸ ਭਾਖਨ ਕੀਨੋ। ਸ੍ਰੀ ਮੁਖ ਸੁਹਾਏ ਮਨ ਮੁਖ ਤੋਂ ਇਸ ਤਰ੍ਹਾਂ ਬਚਨ ਕਹੇ ਬਾਣੀ ਸ਼ਬਦ ਜੋ ਗੁਰਮੁਖੋ ਵਾਰਾਂ ਤੇ ਵਧੇਕ ਸਤਿਗੁਰੂ ਜੀ ਨੇ ਕਹੇ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਜੋ ਲਾਹੌਰ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਹਿਰ ਦਾ ਜ਼ਹਿਰ ਕਹਿਰ, ਬਹੁਤ ਹੀ ਮਾੜਾ ਜ਼ਹਿਰ ਭਾਵੇਂ ਵਿਸ਼ੇ ਰੂਪ ਪਦਾਰਥਾਂ ਦੇ ਵਾਸਤੇ ਕਿੰਨਾ ਕਹਿਰ ਸਵਾ ਪਹਿਰ ਸਵੇਰ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਇਉਂ ਭਾਈ ਲਾਹੌਰ ਸ਼ਹਿਰ ਨੂੰ ਕਹਿਰ ਵਾਲਾ ਬਚਨ ਕਰ ਦਿੱਤਾ। ਚੌਪਈ ਐਸ ਸਰਾਪ ਦੇ ਗੇ ਅਗਵਾਈ। ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਅੱਗੇ ਹੋ ਗਏ। ਤਿਸ ਦਿਨ ਤੇ ਲਵ ਪੁਰ ਦੁੱਖ ਪਾਈ। ਉਸ ਦਿਨ ਤੋਂ ਫਿਰ ਭਾਈ ਸਵਾ ਪਹਿਰ ਲੜਾਈ ਝਗੜੇ ਹਮੇਸ਼ਾ ਲਾਹੌਰ ਦੇ ਵਿੱਚ ਰੋਜ਼ ਕੋਈ ਨਾ ਕੋਈ ਲੜਾਈ ਝਗੜਾ ਸਵਾ ਪਹਿਰ ਹੁੰਦਾ ਰਹਿੰਦਾ ਸੀ। ਲਾਹੌਰ ਦੀ ਪੁਰੀ ਬਹੁਤ ਦੁੱਖ ਪਾਉਂਦੇ। ਸਵਾ ਪਹਿਰ ਲਗ ਬੋਰ ਜ਼ਰੀਲੇ। ਸਵਾ ਪਹਿਰ ਤੱਕ ਬਹੁਤ ਹੀ ਜ਼ਿਆਦੇ ਜ਼ਹਿਰ ਵਰਗੇ ਬੋਲ ਲੜਾਈਆਂ ਝਗੜੇ ਹੁੰਦੇ। ਕਈ ਬੇਰ ਭੇ ਜੰਗ ਕਟੀਲੇ। ਕਈ ਵੇਰੀ ਤਾਂ ਜਿਹੜਾ ਸੀ ਨਾ ਬਹੁਤ ਹੀ ਕਈ ਵਾਰੀ ਕਰੜਾ ਜਿਹੜਾ ਜੰਗ ਵੀ ਹੋ ਜਾਂਦਾ ਸੀ। ਇਹ ਸਤਿਗੁਰਾਂ ਦੇ ਬਚਨਾਂ ਨਾਲ ਐਸਾ ਹੁੰਦਾ ਰਿਹਾ। ਫਿਰ ਤੀਜੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀ। ਆਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ। ਇਹ ਜੋ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪਹਿਲੇ ਮਹੱਲਾ ਦੁਨੀ ਚੰਦ ਪ੍ਰਸੰਗ ਵਰਣਨ। ਇਹਦੇ ਵਿੱਚ ਦੁਨੀ ਚੰਦ ਦਾ ਜੋ ਇਹ ਪ੍ਰਸੰਗ ਵਰਣਨ ਕੀਤਾ। ਨਾਮ ਚਤੁਰਵਿੰਸ਼ਤ ਮੰਦਰ ਹੈ।
ਇਹ ਕਹਿੰਦੇ ਭਾਈ ਜਿਹੜਾ ਹੈ ਇਹ ਨਾਮ ਹੈ ਚਤੁਰਬਿੰਸਤ, ਭਾਵ 24ਵਾਂ ਘਰ, 24ਵੇਂ ਮੰਦਰ ਦਾ ਪ੍ਰਸੰਗ ਹੈ। 24ਵੇਂ ਘਰ ਦਾ ਇਹ ਪ੍ਰਸੰਗ ਵਰਣਨ ਕੀਤਾ ਹੈ। ਆਓ ਟਾਈਮ ਹੋ ਗਿਆ ਹੈ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।